ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਦੇ 20ਵੀਂ ਅਸ਼ਟਪਦੀ ਦੇ ਕੱਲ੍ਹ 3 ਬੰਦਾਂ ਤੱਕ ਕਥਾ ਹੋ ਗਈ ਸੀ। ਅੱਜ ਚੌਥੇ ਬੰਦ ਦੀ ਕਥਾ ਸ਼ੁਰੂ ਹੋਣੀ ਹੈ। ਉਹਦੀ ਪਹਿਲੀ ਪੰਕਤੀ ਹੈ, ਸੋ ਕਿਉ ਬਿਸਰੈ ਜੇ ਘਾਲ ਨਾ ਭੰਨ। ਸੋ ਕਿਉ ਬਿਸਰੈ ਜੇ ਘਾਲ ਨਾ ਭੰਨ। ਘਾਲ ਹੁੰਦੇ ਜਿਹੜੀ ਅਸੀਂ ਮਿਹਨਤ ਕਰਦੇ ਹਾਂ, ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਇਹ ਘਾਲ ਕਰਦੇ ਹਾਂ। ਭਾਨੈ ਹੁੰਦਾ ਭੰਨਣਾ, ਭਾਵ ਵਿਅਰਥ ਗੁਣ। ਪਰਮਾਤਮਾ ਜਿਹੜਾ ਹੈ ਉਹ ਜੋ ਅਸੀਂ ਘਾਲਣਾ ਘਾਲੀ ਹੈ ਨਾਮ ਜਪਣ ਦੀ, ਬਾਣੀ ਪੜ੍ਹਨ ਦੀ, ਉਸ ਨੂੰ ਵਿਅਰਥ ਨਹੀਂ ਜਾਣ ਦਿੰਦਾ। ਜਿੰਨੀ ਘਾਲਣਾ ਘਾਲੀ ਹੈ, ਜਿੰਨੀ ਮਿਹਨਤ ਭਜਨਬੰਦੀ ਕੀਤੀ ਹੈ, ਉਹ ਸਾਰੀ ਦੀ ਕੀਮਤ ਪਾਉਂਦਾ। ਸੋ ਕਿਉਂ ਵਿਸਰੇ, ਸੋ ਕਿਉਂ ਵਿਸਰੇ ਭਾਵ ਉਹ ਨਹੀਂ ਵਿਸਰਨਾ ਚਾਹੀਦਾ। ਉਹ ਪਰਮਾਤਮਾ ਜਿਹੜਾ ਸਾਡੀ ਘਾਲਣਾ ਨੂੰ ਵਿਅਰਥ ਨਹੀਂ ਜਾਣ ਦਿੰਦਾ, ਉਹ ਨਹੀਂ ਵਿਸਰਨਾ ਚਾਹੀਦਾ। ਸੋ ਕਿਉਂ ਵਿਸਰੈ ਜੇ ਕੀਆ ਜਨ। ਜੇ ਹੁੰਦਾ ਜਿਹੜਾ ਸਾਡੇ ਕੀਤੇ ਨੂੰ ਜਾਣਦਾ ਹੈ। ਆਪਾਂ ਭਜਨ ਬੰਦਗੀ ਕੀਤੀ, ਸੇਵਾ ਕੀਤੀ, ਸਤ ਸੰਗਤ ਕੀਤੀ, ਉਹ ਜਾਣਦਾ। ਜੋ ਅਸੀਂ ਪਰਮਾਤਮਾ ਦੇ ਨਿਮਿਤ ਕੀਤਾ ਉਹ ਜਾਣਦਾ ਹੈ। ਕਿਉਂਕਿ ਜਾਣਦਾ ਹੈ, ਇਸ ਲਈ ਉਸ ਨੂੰ ਨਹੀਂ ਭੁੱਲਣਾ ਚਾਹੀਦਾ, ਉਹਨੂੰ ਨਹੀਂ ਵਿਸਰਨਾ ਚਾਹੀਦਾ। ਕਈ ਵਾਰ ਆਪਾਂ ਕਿਸੇ ਦੇ ਕੰਮ ਕਰਦੇ ਹਾਂ, ਸਮੇਂ ਬਾਅਦ ਉਹ ਸਾਡੇ ਕੀਤੇ ਕੰਮਾਂ ਦੀ ਕੀਮਤ ਹੀ ਕੋਈ ਨਹੀਂ ਪਾਉਂਦਾ, ਅਕਿਰਤਗਾਨ ਹੋ ਜਾਂਦਾ, ਉਹ ਸ਼ੁਕਰਾਨਾ ਵੀ ਨਹੀਂ ਕਰਦਾ। ਪਰਮਾਤਮਾ ਤੇ ਜਾਣਦਾ ਹੈ ਕਿ ਅਸੀਂ ਕੀ ਕੀਤਾ ਹੈ, ਇਸ ਲਈ ਇਹੋ ਜਿਹੇ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ। ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ। ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ, ਰਹਿਣ ਨੂੰ ਘਰ ਦਿੱਤਾ, ਖਾਣ ਲਈ ਰੋਟੀ ਪਾਣੀ ਦਿੱਤਾ, ਪਹਿਨਣ ਲਈ ਕੱਪੜੇ ਦਿੱਤੇ ਨੇ, ਆਵਾਜਾਈ ਦੇ ਸਾਧਨ ਦਿੱਤੇ ਨੇ, ਕਿੰਨਾ ਕੁਛ ਪਰਮਾਤਮਾ ਨੇ ਦਿੱਤਾ। ਪਰ ਇਹ ਥੋੜ੍ਹੇ ਲੋਕਾਂ ਨੂੰ ਪਤਾ ਹੈ ਕਿ ਪਰਮਾਤਮਾ ਨੇ ਦਿੱਤਾ। ਐਵੇਂ 1-2% ਲੋਕਾਂ ਨੂੰ ਹੀ ਵਿਸ਼ਵਾਸ ਹੈ ਕਿ ਇਹ ਚੀਜ਼ ਸਾਨੂੰ ਪਰਮਾਤਮਾ ਨੇ ਦਿੱਤੀ। ਨਹੀਂ ਤਾਂ ਬੰਦਾ ਕਹਿੰਦਾ ਮੈਂ ਲੋਨ ਲਿਆ ਜੀ, ਮਕਾਨ ਪਾਇਆ, ਮੈਂ ਆਪਣੀ ਤਨਖਾਹ 'ਚੋਂ, ਰੁਜ਼ਗਾਰ 'ਚੋਂ ਬਚਾਇਆ, ਉਹਦੀਆਂ ਚੀਜ਼ਾਂ ਲਈਆਂ ਨੇ। ਸੁਣਿਆ ਸੁਣਾਇਆ ਭਾਵੇਂ ਕਹਿ ਦਿਓ ਵੀ ਪਰਮਾਤਮਾ ਦਿੱਤਾ, ਉਹਦਾ ਮਨ ਨਹੀਂ ਮੰਨਦਾ। ਉਹਦਾ ਮਨ ਨਹੀਂ ਮੰਨਦਾ ਕਿ ਜੋ ਕੁਝ ਮੇਰੇ ਕੋਲ ਹੈ ਪਰਮਾਤਮਾ ਨੇ ਦਿੱਤਾ। ਉਹ ਤਾਂ 100 'ਚੋਂ 1-ਅੱਧਾ ਬੰਦਾ ਜਿਹਦਾ ਇਹ ਮਨ ਮੰਨਦਾ ਹੈ ਕਿ ਵਾਕਈ ਜੋ ਕੁਛ ਮੇਰੇ ਕੋਲ ਹੈ ਇਹ ਤਾਂ ਪਰਮਾਤਮਾ ਨੇ ਦਿੱਤਾ ਹੋਇਆ ਹੈ। ਜਿਨ ਸਭ ਕੁਛ ਦੀਆ, ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਨਾ, ਸੋ ਕਿਉਂ ਵਿਸਰੇ, ਉਹ ਨਹੀਂ ਵਿਸਰਨਾ ਚਾਹੀਦਾ, ਉਹਨੂੰ ਨਹੀਂ ਵਿਸਾਰਨਾ ਚਾਹੀਦਾ। ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਜਿਸ ਨੇ ਸਾਨੂੰ ਇਹ ਜੀਵਨ ਦਿੱਤਾ, ਮਨੁੱਖਾ ਜੀਵਨ ਜੀਆ ਮੈਨੇ ਜਿੰਦ, ਜਿਹਨੇ ਜਿੰਦ ਦਿੱਤੀ ਹੈ। ਹੁਣ 100 ਵੇ ਜੀਆ ਆਪਣਾ ਕੀਆ, ਹੇ ਜਿੰਦੇ ਜੋ ਤੂੰ ਕੀਤਾ ਹੁਣ ਉਸਨੂੰ ਸਹਿਣ ਕਰ। ਜੀਆ ਮੈਨੇ ਜਿੰਦ, ਜਿਸ ਪਰਮਾਤਮਾ ਨੇ ਸਾਨੂੰ ਇਹ ਜਿੰਦ ਦਿੱਤੀ ਹੈ, ਇਹ ਜੀਵਨ ਦਿੱਤਾ ਹੈ, ਉਹ ਨਹੀਂ ਵਿਸਰਨਾ ਚਾਹੀਦਾ। ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖ। ਮਾਤਾ ਦੇ ਪੇਟ 3 ਪ੍ਰਕਾਰ ਦੀਆਂ ਅਗਨੀਆਂ ਨੇ। ਮਾਤਾ ਦੇ ਪੇਟ ਦੀ ਅੱਗ, ਜੰਗਲ ਦੀ ਅੱਗ, ਸਮੁੰਦਰ ਦੀ ਅੱਗ। ਸੋ ਮਾਤਾ ਦੇ ਪੇਟ ਦੀ ਅਗਨੀ ਦੇ ਵਿੱਚ ਪਰਮਾਤਮਾ ਨੇ ਜਦੋਂ ਅਸੀਂ ਬੱਚੇ ਸਾਡੀ ਰੱਖਿਆ ਕੀਤੀ, ਨਹੀਂ ਤਾਂ ਇੰਨੀ ਗਰਮੈਸ਼ ਹੁੰਦੀ ਅੰਦਰ ਕਿ ਬੱਚਾ ਜਿਉਂਦਾ ਹੀ ਨਹੀਂ ਰਹਿ ਸਕਦਾ।
ਇੰਨੀ ਗਰਮੈਸ਼ ਹੁੰਦੀ ਹੈ। ਪਰ ਪਰਮਾਤਮਾ ਨੇ ਬੱਚੇ ਦੇ ਦੁਆਲੇ ਜੇਰ ਬਣਾਈ ਹੁੰਦੀ ਹੈ, ਇੱਕ ਥੈਲੀ ਜਿਹੀ ਹੁੰਦੀ ਹੈ ਜਿਹਦੇ ਵਿੱਚ ਬੱਚਾ ਹੁੰਦਾ। ਉਹ ਜਿਹੜੀ ਜੇਰ ਹੈ ਉਹ ਧੁਨੀ ਰਾਹੀਂ ਜੁੜੀ ਹੁੰਦੀ ਮਾਤਾ ਦੇ ਨਾਲ। ਮਾਂ ਜੋ ਖਾਂਦੀ ਪੀਂਦੀ ਹੈ ਉਹ ਫਿਰ ਬੱਚੇ ਤੱਕ ਪਹੁੰਚਦਾ ਰਹਿੰਦਾ। ਜੇ ਕਿਤੇ ਜਿਹੜੇ ਆਲੇ ਦੁਆਲੇ ਜੇਰ ਹੈ ਨਾ, ਉਹਦੇ 'ਚ ਹੋ ਜਾਏ ਕਿਸੇ ਕਾਰਨ ਮੋਰੀ, ਸੱਟ ਫੇਟ ਵਾਜੇ ਮਾਂ ਨੂੰ, ਉੱਥੇ ਜ਼ਖਮ ਹੋ ਜਾਏ, ਮੋਰੀ ਹੋ ਜਾਏ, ਬੱਚਾ ਉਹਦੀ ਮਰ ਜਾਏਗਾ, ਕਿ ਉਹ ਸਾਰਾ ਗੰਦਮੰਦ ਪੇਟ ਦਾ ਉਹਦੇ ਅੰਦਰ ਚਲੇ ਜਾਏਗਾ। ਪੇਟ 'ਚ ਗੰਦਮੰਦ ਹੀ ਹੈ, ਪਿਸ਼ਾਬ ਹੈ, ਟੱਟੀ ਹੈ, ਕਿੰਨਾ ਗੰਦਮੰਦ ਹੈ ਪੇਟ 'ਚ। ਉਹ ਤਾਂ ਇੱਕ ਥੈਲੀ ਦੇ ਵਿੱਚ ਹੈ ਬੱਚਾ, ਉਹ ਥੈਲੀ ਬੰਦ ਹੈ। ਬੱਚਾ ਜਿਹੜਾ ਥੈਲੀ ਦੇ ਵਿੱਚ ਹੋਣ ਕਰਕੇ ਮਾਤਾ ਦੇ ਪੇਟ ਦੀ ਜਿਹੜੀ ਅੱਗ ਹੈ ਉਹਦਾ ਸੇਕ ਨਹੀਂ ਉਹਨੂੰ ਪਹੁੰਚਦਾ, ਅਤੇ ਜੋ ਗੰਦ ਮੰਦਰ ਪੇਟ ਦੇ ਵਿੱਚ ਹੈ ਉਹ ਵੀ ਅੰਦਰ ਨਹੀਂ ਜਾਂਦਾ। ਇਸ ਲਈ ਕਹਿੰਦੇ ਉਹ ਪਰਮਾਤਮਾ ਜਿਹੜੇ ਮਾਤਾ ਦੇ ਪੇਟ ਦੀ ਅਗਨੀ 'ਚ ਸਾਡੀ ਰੱਖਿਆ ਕਰਦਾ ਹੈ, ਉਸ ਨੂੰ ਨਹੀਂ ਭੁੱਲਣਾ ਚਾਹੀਦਾ। ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ। ਲੱਖ ਹੈ ਹੁੰਦਾ ਸਮਝਣਾ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਟਾਵਾਂ ਹੀ ਪਰਮਾਤਮਾ ਨੂੰ ਸਮਝਦਾ, ਉਹਦੇ ਬਾਰੇ ਸੁਣਿਆ ਹੋਇਆ ਵੀ ਹਾਂ ਜੀ ਰੱਬ ਹੈਗਾ। ਪਰ ਕਿਸੇ ਵਿਰਲੇ ਟਾਵੇਂ ਨੂੰ ਇਹ ਸੋਝੀ ਹੈ ਕਿ ਵਾਕਈ ਹੈਗਾ। ਸੋ ਕਿਉਂ ਬਿਸਰੇ ਜੇ ਬਿਖ ਤੇ ਕੱਢ, ਬਿਖ ਮੈਨੇ ਜ਼ਹਿਰ। ਧਰਮ 'ਚ ਹਰਾਮ ਦੀ ਮਾਇਆ ਨੂੰ ਬਿਖ ਕਿਹਾ ਗਿਆ। ਪਰਮਾਤਮਾ ਜਿਨ੍ਹਾਂ ਨੂੰ ਪਿਆਰ ਕਰਦਾ ਹੈ ਉਹਨਾਂ ਨੂੰ ਹਰਾਮ ਦੀ ਕਮਾਈ ਤੋਂ ਬਚਾ ਕੇ ਰੱਖਦਾ ਹੈ। ਨਹੀਂ ਤੇ ਕਿੰਨੇ ਹੀ ਲੋਕ ਹਰਾਮ ਦੀ ਕਮਾਈ ਵਾਲੇ ਫੜੇ ਗਏ ਅਤੇ ਇਸ ਵੇਲੇ ਜਿਹੜਾ ਜੇਲ੍ਹਾਂ 'ਚ ਨੇ, ਜੇਲ੍ਹਾਂ 'ਚ ਬੈਠੇ। ਜਿਹਨੂੰ ਪਰਮਾਤਮਾ ਪਿਆਰ ਕਰਦਾ ਉਹਨੂੰ ਹਰਾਮ ਦੀ ਕਮਾਈ ਤੋਂ ਬਚਾ ਕੇ ਰੱਖਦਾ। ਸੋ ਪਰਮਾਤਮਾ ਜਿਹੜਾ ਹੈ ਮਨੁੱਖ ਨੂੰ ਇਹ ਬਿਖ ਤੋਂ ਕੱਢ ਕੇ ਰੱਖਦਾ, ਬਾਹਰ ਰੱਖਦਾ। ਇਸ ਲਈ ਇਹੋ ਜਿਹਾ ਪਰਮਾਤਮਾ ਨਹੀਂ ਭੁੱਲਣਾ ਚਾਹੀਦਾ। ਜਨਮ ਜਨਮ ਕਾ ਟੂਟਾ ਗੰਢ ਹੈ। ਇਹ ਮਨੁੱਖ ਜਨਮਾਂ ਜਨਮਾਂਤਰਾਂ ਤੋਂ ਪਰਮਾਤਮਾ ਨਾਲ ਟੁੱਟ ਚੁੱਕਾ ਹੈ। ਹੁਣ ਜਦੋਂ ਅਸੀਂ ਭਜਨ ਬੰਦਗੀ ਕਰਦੇ ਹਾਂ ਫਿਰ ਪਰਮਾਤਮਾ ਸਾਨੂੰ ਆਪਣੇ ਨਾਲ ਜੋੜ ਲੈਂਦਾ ਹੈ, ਟੁੱਟੇ ਨੂੰ ਗੰਢ ਲੈਂਦਾ ਹੈ। ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ 40 ਜਿਹੜੇ ਗੁਰੂ ਪਿਆਰੇ ਸਨ, ਉਹ ਗੁਰੂ ਦਸਮ ਪਾਤਸ਼ਾਹ ਨੂੰ ਬੇਦਾਵਾ ਲਿਖ ਕੇ ਦੇ ਗਏ ਵੀ ਨਾ ਤੂੰ ਸਾਡਾ ਗੁਰੂ, ਨਾ ਅਸੀਂ ਤੇਰੇ ਸਿੱਖ। ਜਿੱਥੇ ਮੁਕਤਸਰ ਸਾਹਿਬ ਅੱਜ ਕੱਲ੍ਹ ਹੈਗਾ ਸ਼ਹਿਰ, ਇੱਥੇ ਮੁਗਲਾਂ ਦੇ ਨਾਲ ਅਖੀਰਲੀ ਲੜਾਈ ਗੁਰੂ ਮਹਾਰਾਜ ਦੀ ਹੋਈ। ਉੱਥੇ ਫਿਰ ਜਿਹੜੇ ਉਹ 40 ਬੇਦਾਵਾ ਦੇ ਗਏ ਸਨ ਉਹ ਵੀ ਉੱਥੇ ਗੁਰੂ ਮਹਾਰਾਜ ਦੀ ਹਮਾਇਤ ਲਈ ਪਹੁੰਚੇ। ਉੱਥੇ ਫਿਰ ਉਹ ਸ਼ਹੀਦ ਹੋਏ। ਜਿਹੜਾ ਉਹਨਾਂ ਦਾ ਲੀਡਰ ਮਹਾਂ ਸਿੰਘ ਸੀ, ਉਹ ਜਿਹੜਾ ਹੈ ਅਜੇ ਉਹਨੇ ਸਵਾਸ ਨਹੀਂ ਸੀ ਤਿਆਗੇ। ਗੁਰੂ ਮਹਾਰਾਜ ਦੇ ਕੋਲ ਗਏ, ਉਹਦੇ ਸਿਰ ਨੂੰ ਆਪਣੇ ਪੱਟਾਂ 'ਤੇ ਰੱਖਿਆ, ਰੁਮਾਲ ਦੇ ਨਾਲ ਉਹਦਾ ਮੂੰਹ ਪੂੰਝਿਆ, ਉਹਨੇ ਅੱਖਾਂ ਖੋਲ੍ਹੀਆਂ। ਗੁਰੂ ਮਹਾਰਾਜ ਕਹਿੰਦੇ ਮੰਗ ਕੀ ਮੰਗਦਾ? ਕਹਿੰਦੇ ਜੀ ਮੇਰੀ ਇੱਕੋ ਬੇਨਤੀ ਹੈ ਕਿ ਜਿਹੜਾ ਅਸੀਂ ਤੁਹਾਨੂੰ ਬੇਦਾਵਾ ਦੇ ਗਏ ਸੀ ਉਹ ਪਾੜ ਦਿਓ ਤਾਂ ਜੋ ਤੁਹਾਡੇ ਨਾਲ ਸਾਡੀ ਮੁੜ ਕੇ ਬਣ ਆ ਜੇ। ਗੁਰੂ ਮਹਾਰਾਜ ਨੇ ਜਿੱਥੇ ਬੇਦਾਵਾ ਪਾੜਿਆ ਸੀ ਉੱਥੇ ਗੁਰਦੁਆਰਾ ਸਾਹਿਬ ਦਾ ਨਾਮ ਹੈ ਟੁੱਟੀ ਗੰਢੀ। ਉੱਥੇ ਟੁੱਟਿਆਂ ਹੋਇਆਂ ਨੂੰ ਪਰਮਾਤਮਾ ਨੇ ਦੁਬਾਰਾ ਆਪਣੇ ਨਾਲ ਜੋੜ ਲਿਆ ਗੁਰੂ ਮਹਾਰਾਜ ਨੇ। ਇਸ ਲਈ ਪਰਮਾਤਮਾ ਕੀ ਕਰਦਾ? ਜਨਮ ਜਨਮ ਕਾ ਟੂਟਾ ਗੰਢ। ਜਨਮਾਂ ਜਨਮਾਂਤਰ ਜਿਹੜਾ ਪਰਮਾਤਮਾ ਨਾਲ ਟੁੱਟ ਗਿਆ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰ ਪੂਰੈ ਤਤ ਇਹ ਬੁਝਾਇਆ। ਪੂਰੇ ਗੁਰੂ ਨੇ ਮੈਨੂੰ ਅਸਲੀ ਗੱਲ ਸਮਝਾ ਦਿੱਤੀ ਹੈ। ਤਤ ਅਸਲੀਅਤ।
ਗੁਰੂ ਪੂਰੇ ਗੁਰੂ ਨੇ ਮੈਨੂੰ ਇਹ ਤੱਤ ਗੱਲ ਸਮਝਾਤੀ ਹੈ, ਅਸਲੀ ਗੱਲ ਸਮਝਾ ਦਿੱਤੀ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਪਰਮਾਤਮਾ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਪਰਮਾਤਮਾ ਨੇ ਸਾਡੇ ਲਈ ਇੰਨਾ ਕੁਛ ਕੀਤਾ ਹੈ। ਇਸ ਲਈ ਕਹਿੰਦੇ ਪ੍ਰਭ ਆਪਣਾ ਨਾਨਕ ਜਨ ਧਿਆਇਆ। ਇਸ ਲਈ ਪਰਮਾਤਮਾ ਜਿਹੜੇ ਜਨ ਨੇ ਨਾ, ਪਰਮਾਤਮਾ ਜਿਹੜੇ ਸੇਵਕ ਭਗਤ ਨੇ, ਉਹ ਪਰਮਾਤਮਾ ਨੂੰ ਧਿਆਉਂਦੇ ਹਨ, ਭਾਵ ਉਹਦਾ ਸਿਮਰਨ ਕਰਦੇ ਹਨ, ਕਿਉਂਕਿ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਭਾਈ ਜਿਸ ਪਰਮਾਤਮਾ ਨੇ ਇੰਨਾ ਕੁਝ ਸਾਡੇ ਲਈ ਕੀਤਾ ਹੈ, ਉਹਨੂੰ ਨਹੀਂ ਭੁੱਲਣਾ ਚਾਹੀਦਾ, ਉਹਦਾ ਨਾਮ ਜਪਣਾ ਚਾਹੀਦਾ ਹੈ। ਅੱਗੇ ਕਹਿੰਦੇ ਸਾਜਨ ਸੰਤ ਕਰੋ ਇਹ ਕੰਮ। ਹੇ ਸੱਜਣੋ, ਹੇ ਸੰਤ ਪੁਰਸ਼ੋ, ਇਹ ਕੰਮ ਕਰੋ ਕਿ ਆਨ ਤਿਆਗ ਜਪੋ ਹਰ ਨਾਮ। ਆਨ ਮੈਨੇ ਹੋਰ ਸਾਰੇ ਵਿਅਰਥ ਦੇ ਕੰਮ ਛੱਡ ਕੇ ਪਰਮਾਤਮਾ ਦਾ ਨਾਮ ਜਪੋ। ਬੰਦਾ ਕਈ ਵਾਰੀ ਵਿਅਰਥ ਦੇ ਕੰਮ ਕਰਦਾ ਰਹਿੰਦਾ, ਜਿਨ੍ਹਾਂ ਦਾ ਕੋਈ ਲਾਭ ਹੀ ਨਹੀਂ ਹੈ। ਜਿਨ੍ਹਾਂ ਕੰਮਾਂ ਦਾ ਕੋਈ ਲਾਭ ਹੀ ਨਹੀਂ ਹੈ, ਉਹਨਾਂ ਕੰਮਾਂ 'ਚ ਲੱਗਿਆ ਹੋਇਆ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭਾਈ ਉਹ ਵਿਅਰਥ ਦੇ ਕੰਮਾਂ ਨੂੰ ਛੱਡੋ, ਜਪੋ ਹਰ ਨਾਮ, ਅਤੇ ਪਰਮਾਤਮਾ ਦਾ ਨਾਮ ਜਪੋ। ਜਿਉਂ-ਜਿਉਂ ਨਾਮ ਜਪੀ ਜਾਓਗੇ, ਤੁਹਾਨੂੰ ਫਜ਼ੂਲ ਦੇ ਕੰਮ ਕਰਨ ਨੂੰ ਜੀਓ ਹੀ ਨਹੀਂ ਕਰੇਗਾ। ਤੁਹਾਡੀ ਉਹਨਾਂ ਦੇ ਵਿੱਚ ਰੁਚੀ ਹੀ ਖਤਮ ਹੋ ਜਾਏਗੀ। ਅੱਜ ਨਾਮ ਤੋਂ ਬਿਨਾਂ ਸਾਡੀ ਸਾਰੇ ਕੰਮਾਂ 'ਚ ਰੁਚੀ ਹੈ। ਨਾਮ ਤੋਂ ਬਿਨਾਂ ਹੋਰ ਸਾਰੇ ਕੰਮਾਂ 'ਚ ਲੋਕਾਂ ਦੀ ਰੁਚੀ ਹੈ। ਜੇ ਨਹੀਂ ਰੁਚੀ ਤਾਂ ਬਸ ਨਾਮ 'ਚ ਨਹੀਂ ਹੈ। ਨਾਮ 'ਚ ਰੁਚੀ ਨਾ ਹੋਣ ਕਰਕੇ ਮਨੁੱਖ ਵਿਅਰਥ ਦੇ ਕੰਮ ਕਰਦਾ ਰਹਿੰਦਾ ਹੈ। ਇਸ ਲਈ ਗੁਰੂ ਮਹਾਰਾਜ ਨੇ ਸਮਝਾਇਆ ਆਨ ਤਿਆਗ, ਹੋਰ ਫਜ਼ੂਲ ਦੇ ਕੰਮ ਛੱਡ ਕੇ ਜਪੋ ਹਰ ਨਾਮ, ਪਰਮਾਤਮਾ ਦੇ ਨਾਮ ਜਪੋ। ਫਿਰ ਕੀ ਹੋਏਗਾ? ਸਿਮਰ 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 ਸੁਖ ਪਾਵੋ। ਪਰਮਾਤਮਾ ਦਾ ਸਿਮਰਨ ਕਰ ਕਰਕੇ ਸੁੱਖ ਦੀ ਪ੍ਰਾਪਤੀ ਕਰੋ। ਪਰਮਾਤਮਾ ਦੇ ਨਾਮ ਵਿੱਚ ਸੁੱਖ ਹੈ, ਕਿਉਂਕਿ ਪਰਮਾਤਮਾ ਕੋਲ ਦੁੱਖ ਤੇ ਹੈ ਹੀ ਨਹੀਂ। ਨਹੀਂ ਤਾਂ ਜੇ ਪਰਮਾਤਮਾ ਕੋਲ ਦੁੱਖ ਹੁੰਦਾ ਤਾਂ ਉਹਦਾ ਨਾਮ ਜਪਦੇ ਸਾਨੂੰ ਦੁੱਖ ਵੀ ਮਿਲਣਾ ਸੀ। ਉਹਦੇ ਕੋਲ ਤਾਂ ਦੁੱਖ ਹੈ ਹੀ ਨਹੀਂ, ਉਹ ਤਾਂ ਆਨੰਦ ਸਰੂਪ ਹੈ। ਉਹਦੇ ਕੋਲ ਤਾਂ ਖੁਸ਼ੀਆਂ ਹੀ ਖੁਸ਼ੀਆਂ ਨੇ। ਇਸ ਲਈ ਜਿਹੜਾ ਵੀ ਸਿਮਰਨ ਕਰਦਾ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਕਿ ਸਿਮਰਨ ਸਾਡੇ ਮਨ ਨੂੰ ਸ਼ਾਂਤੀ ਬਖਸ਼ਦਾ ਹੈ। ਜਦੋਂ ਮਨ ਸ਼ਾਂਤ ਹੋ ਗਿਆ, ਸਰੀਰ ਆਪੇ ਸੁਖੀ ਹੋ ਜਾਂਦਾ ਹੈ। ਅਜੇ ਸਾਡਾ ਮਨ ਅਤੇ ਸਰੀਰ ਆਪਸ ਵਿੱਚ ਜੁੜੇ ਹੋਏ ਹਨ। ਮਨ ਨੂੰ ਕੋਈ ਦੁੱਖ ਹੁੰਦਾ ਹੈ ਤਾਂ ਉਹਦਾ ਸਰੀਰ 'ਤੇ ਅਸਰ ਪੈਂਦਾ। ਸਰੀਰ ਨੂੰ ਕੋਈ ਸੱਟ ਫੇਟ ਵੱਜਦੀ ਹੈ ਤਾਂ ਉਹ ਮਨ 'ਤੇ ਅਸਰ ਹੁੰਦਾ ਹੈ। ਇੱਕ ਹੁੰਦਾ ਕੱਚਾ ਨਾਰੀਅਲ, ਇੱਕ ਹੁੰਦਾ ਪੱਕਾ ਨਾਰੀਅਲ। ਕੱਚੇ ਨਾਰੀਅਲ ਨੂੰ ਤੁਸੀਂ ਤੋੜੋ, ਉਹਦੀ ਗਿਰੀ ਦੇ ਨਾਲ, ਛਿੱਲੜ ਦੇ ਨਾਲ ਗਿਰੀ ਵੀ ਟੁੱਟ ਜਾਵੇਗੀ। ਪਰ ਜਦੋਂ ਨਾਰੀਅਲ ਪੂਰਾ ਪੱਕ ਜਾਂਦਾ ਹੈ, ਉਹਦੀ ਗਿਰੀ ਅਤੇ ਛਿੱਲੜ ਅੱਡ-ਅੱਡ ਹੋ ਜਾਂਦੇ ਹਨ। ਜਦੋਂ ਤੁਸੀਂ ਛਿੱਲੜ 'ਤੇ ਕੋਈ ਵੱਟਾ ਮਾਰਦੇ ਹੋ, ਛਿੱਲੜ ਟੁੱਟ ਜਾਂਦੀ ਹੈ ਪਰ ਗਿਰੀ ਸਾਬਤ ਰਹਿੰਦੀ ਹੈ, ਕਿਉਂਕਿ ਉਹ ਅੱਡ-ਅੱਡ ਨੇ। ਜਦੋਂ ਮਨ ਅਤੇ ਸਰੀਰ ਅੱਡ-ਅੱਡ ਹੋ ਜਾਵੇ, ਫਿਰ ਸਾਡੇ ਸਰੀਰ ਨੂੰ ਚਾਹੇ ਜੋ ਪਿਆ ਮਰਜ਼ੀ ਕਰੇ, ਮਨ ਨੂੰ ਕੋਈ ਦੁੱਖ ਹੀ ਨਹੀਂ ਹੁੰਦਾ, ਕਿਉਂਕਿ ਉਹ ਤਾਂ ਅੱਡ-ਅੱਡ ਨੇ, ਅੱਡ-ਅੱਡ। ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ, ਉਹਦਾ ਮਨ ਅਤੇ ਸਰੀਰ ਅੱਡ-ਅੱਡ ਹੁੰਦਾ। ਉਹਨਾਂ ਨੂੰ ਤਸੀਹੇ ਦੇਣ ਵਾਲੇ ਸਮਝਦੇ ਨੇ ਕਿ ਦੁਖੀ ਹੋਵੇਗਾ। ਉਹ ਸਰੀਰ ਤੇ ਉਹ ਤੇ ਤਸੀਹੇ ਸਰੀਰ ਨੂੰ ਦੇ ਰਹੇ ਨੇ, ਉਹ ਸਰੀਰ ਤੋਂ ਅਲੱਗ ਨੇ। ਇਸ ਲਈ ਉਹਨਾਂ ਦੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ। ਸਰੀਰ ਨੂੰ ਵੱਢੀ ਜਾਓ, ਟੁੱਕੀ ਜਾਓ। ਨਹੀਂ ਤਾਂ ਬੰਦ ਕਟਵਾਣੇ ਕੋਈ ਖਾਲਾ ਜੀ ਦਾ ਵੜਾ। ਤੱਤੀਆਂ ਤਵੀਆਂ 'ਤੇ ਬਹਿਣਾ ਬਹੁਤ ਔਖਾ ਹੈ। ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ 'ਚ ਹਾਰ ਪਾਉਣੇ ਕਿਤਨਾ ਕਠਿਨ ਹੈ। ਪਰ
ਉਹਨਾਂ ਦੇ ਅੱਖਾਂ 'ਚ ਇੱਕ ਵੀ ਹੰਝੂ ਨਹੀਂ ਆਇਆ। ਜੇ ਉਹ ਡਰ ਜਾਂਦੀਆਂ ਤਾਂ ਸ਼ਾਇਦ ਮਾਫੀ ਮੰਗ ਲੈਂਦੀਆਂ। ਉਹ ਇਸ ਅਵਸਥਾ 'ਤੇ ਪਹੁੰਚ ਗਏ ਲੋਕ ਸਨ ਜਿੱਥੇ ਮਨ ਅਤੇ ਸਰੀਰ ਅੱਡ ਅੱਡ ਹੋ ਜਾਂਦੇ ਨੇ। ਸਾਡੇ ਆ ਜੇ ਸਰੀਰ ਅਤੇ ਮਨ ਆਪਸ ਜੁੜਿਆ ਹੋਇਆ, ਜਦੋਂ ਸਾਨੂੰ ਕੋਈ ਡੰਡਾ ਮਾਰਦਾ ਸਰੀਰ 'ਤੇ, ਸਾਡਾ ਮਨ ਚੀਕਦਾ, ਸਾਡਾ ਮਨ ਚੀਕਦਾ ਹੈ। ਅਤੇ ਜੇ ਕੋਈ ਬੈਠੇ ਬੈਠੇ ਨੂੰ ਆ ਕੇ ਕਹਿ ਦਿਓ ਤੇਰੀ ਮਾਂ ਮਰ ਗਈ ਹੈ, ਤਾਂ ਫਿਰ ਮਨ ਗੱਲ ਤਾਂ ਮਨ 'ਤੇ ਹੈ, ਉਹ ਸਰੀਰ 'ਤੇ ਵੀ ਅਸਰ ਹੋ ਜਾਂਦਾ, ਸਰੀਰ 'ਤੇ ਵੀ ਅਸਰ ਹੋ ਜਾਂਦਾ, ਕਿਉਂਕਿ ਅਸੀਂ ਜੁੜੇ ਹੋਏ ਹਾਂ। ਭਜਨ ਬੰਦਗੀ ਕਰ ਕਰਕੇ ਮਨ ਅਤੇ ਸਰੀਰ ਅੱਡ ਅੱਡ ਹੋ ਜਾਂਦੇ ਨੇ। ਫਿਰ ਮਨੁੱਖ ਦੁੱਖ ਵਿੱਚ ਦੁੱਖ ਮਹਿਸੂਸ ਨਹੀਂ ਕਰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸਿਮਰ 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 ਸੁਖ ਪਾਵੋ। ਸਿਮਰਨ ਕਰ ਕਰਕੇ ਸੁਖ ਦੀ ਪ੍ਰਾਪਤੀ ਕਰ ਲਓ। ਆਪ ਜਪੋ ਅਵਰਹਿ ਨਾਮ ਜਪਾਵੋ। ਆਪ ਵੀ ਜਪੋ ਅਵਰਹਿ ਹੋਰਾਂ ਨੂੰ ਨਾਮ ਜਪਾਵੋ। ਹੋਰਾਂ ਤੋਂ ਵੀ ਨਾਮ ਜਪਵਾਓ। ਭਾਵ ਦੂਜਿਆਂ ਨੂੰ ਕਹੋ ਭਾਈ ਨਾਮ ਜਪੋ, ਨਾਮ ਜਪੋ। ਜਿਵੇਂ ਮੰਨ ਲਓ ਸਤਸੰਗੀ ਸਾਰੇ ਬੈਠੇ ਨੇ ਅਤੇ ਮੈਂ ਕਹਾਂ ਅੱਛਾ ਭਾਈ ਮੇਰੇ ਨਾਲ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਰੇ ਬੋਲਣਗੇ, ਫਿਰ ਜਪਵਾ ਰਿਹਾ ਨਾ ਮੈਂ ਨਾਮ। ਆਪ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਅਤੇ ਦੂਜਿਆਂ ਤੋਂ ਵੀ ਜਪਵਾ ਰਿਹਾ। ਇਸ ਲਈ ਆਪ ਵੀ ਜਪਣਾ ਚਾਹੀਦਾ ਅਤੇ ਦੂਜਿਆਂ ਤੋਂ ਵੀ ਜਪਵਾਉਣਾ ਚਾਹੀਦਾ ਹੈ। ਕਿਉਂਕਿ ਧਰਮ ਅਨੁਸਾਰ ਸਭ ਤੋਂ ਵੱਡਾ ਪੁੰਨ ਕਰਮ ਕੀ ਹੈ? ਕਿਸੇ ਨੂੰ ਪਰਮਾਤਮਾ ਨਾਲ ਜੋੜ ਦੇਣਾ। ਸਭ ਤੋਂ ਵੱਡਾ ਪਾਪ ਹੈ ਕਿਸੇ ਨੂੰ ਪਰਮਾਤਮਾ ਨਾਲੋਂ ਤੋੜ ਦੇਣਾ। ਜਿਹੜਾ ਜੋੜਦਾ ਹੈ ਉਹਦੀ ਉੱਥੇ ਬੱਲੇ ਬੱਲੇ ਹੁੰਦੀ ਹੈ ਵੀ ਤੂੰ ਆਪ ਵੀ ਨਾਮ ਜਪਿਆ ਅਤੇ ਦੂਜਿਆਂ ਨੂੰ ਵੀ ਨਾਮ ਨਾਲ ਜੋੜ ਕੇ ਆਇਆ। ਜਿਹੜਾ ਆਪ ਨਹੀਂ ਜਪਦਾ ਅਤੇ ਦੂਜਿਆਂ ਨੂੰ ਜਪਣ ਵਾਲਿਆਂ ਨੂੰ ਤੋੜਦਾ ਹੈ, ਉਹਨੂੰ ਉੱਥੇ ਦੂਹਰੀ ਸਜ਼ਾ ਮਿਲਦੀ ਹੈ। ਇੱਕ ਤਾਂ ਉਹਨੇ ਆਪ ਨਹੀਂ ਜਪਿਆ, ਪਹਿਲਾਂ ਉਹ ਡੰਡੇ ਪੈਣਗੇ, ਫਿਰ ਦੂਜਿਆਂ ਨੂੰ ਜਪਣ ਨਹੀਂ ਦਿੱਤਾ, ਫਿਰ ਡੰਡੇ ਪੈਣਗੇ। ਇਸ ਲਈ ਸਭ ਤੋਂ ਵੱਡਾ ਪੁੰਨ ਧਰਮ ਅਨੁਸਾਰ ਹੈ ਨਾਮ ਜਪਣਾ ਅਤੇ ਜਪਾਉਣਾ। ਸਭ ਤੋਂ ਵੱਡਾ ਪਾਪ ਹੈ ਨਾਮ ਨਾ ਜਪਣਾ ਅਤੇ ਦੂਜਿਆਂ ਨੂੰ ਵੀ ਨਾ ਜਪਣ ਲਈ ਪ੍ਰੇਰਨਾ। ਇਹ ਸਭ ਤੋਂ ਵੱਡਾ ਪਾਪ ਗਿਣਿਆ ਗਿਆ। ਇਸ ਲਈ ਕਹਿੰਦੇ ਆਪ ਜਪੋ ਅਵਰਹਿ ਨਾਮ ਜਪਾਵੋ। ਆਪ ਵੀ ਜਪੋ ਅਤੇ ਦੂਸਰਿਆਂ ਤੋਂ ਵੀ ਨਾਮ ਜਪਵਾਓ। ਭਗਤ ਭਾਏ ਤਰੀਐ ਸੰਸਾਰ। ਭਾਏ ਪਿਆਰ ਨੂੰ ਕਹਿੰਦੇ ਨੇ। ਭਗਤ ਭਾਏ ਪਿਆਰ ਸਹਿਤ ਭਗਤੀ ਕਰਨੀ, ਇਹਨੂੰ ਕਹਿੰਦੇ ਪ੍ਰੇਮਾ ਭਗਤੀ। ਜਦੋਂ ਹਿੰਦੁਸਤਾਨ 'ਚ ਗੁਰੂ ਆਏ ਆਪਣੇ ਅਤੇ ਗੁਰਬਾਣੀ 'ਚ ਜਿਹੜੇ ਭਗਤਾਂ ਦੀ ਬਾਣੀ ਜਦੋਂ ਇਹ ਆਏ ਨਾ ਸੰਸਾਰ 'ਚ, ਫਿਰ ਜਿਹੜੇ ਭਜਨ ਬੰਦਗੀ ਕਰਨ ਵਾਲੇ ਲੋਕ ਸਨ ਸੁਖੀ ਹੋਏ। ਨੇ ਵਿਚਾਰੇ ਪਹਿਲਾਂ ਬੜੇ ਦੁਖੀ ਰਹਿੰਦੇ, ਇਹ ਸੋਚਦੇ ਸਨ ਵੀ ਜੇ ਅਸੀਂ ਸਰੀਰ ਨੂੰ ਦੁਖੀ ਕਰਾਂਗੇ ਸ਼ਾਇਦ ਮਨ ਕੰਟਰੋਲ ਹੋ ਜਾਏਗਾ। ਉਹ ਢੰਗ ਤਰੀਕੇ ਗਲਤ ਸੀ ਉਹਨਾਂ ਦਾ। ਉਹ ਸਰੀਰ ਨੂੰ ਦੁਖੀ ਕਰਦੇ ਰਹੇ, ਭੁੱਖੇ ਪਿਆਸੇ ਰੱਖਿਆ ਸਰੀਰ ਨੂੰ, ਧੁੱਪ ਵਿੱਚ ਰੱਖਿਆ, ਇੱਕ ਲੱਤ 'ਤੇ ਖਲੋਤੇ, ਪੁੱਠੇ ਲਟਕੇ ਭੁੱਖੇ ਪਾਣੇ ਰਹੇ, ਧੂਣੀਆਂ ਧੁਖਾਈਆਂ, 100 ਕੜਾ ਠੰਡੇ ਪਾਣੀ ਦਾ ਸਿਰ 'ਤੇ ਪਾਇਆ। ਉਹਨਾਂ ਨੂੰ ਗਿਆਨ ਹੀ ਨਹੀਂ ਸੀ ਵੀ ਸਰੀਰ ਦਾ ਤਾਂ ਕਸੂਰ ਹੀ ਕੋਈ ਨਹੀਂ, ਕਸੂਰ ਤਾਂ ਸਾਰਾ ਮਨ ਦਾ ਹੈ ਅਤੇ ਤੁਸੀਂ ਸਜ਼ਾ ਸਰੀਰ ਨੂੰ ਦੇ ਰਹੇ ਹੋ। ਤੁਸੀਂ ਸਜ਼ਾ ਸਰੀਰ ਨੂੰ ਦੇ ਰਹੇ ਹੋ। ਸਾਡੇ ਤੋਂ ਗਲਤ ਕੰਮ ਮਨ ਕਰਵਾਉਂਦਾ ਹੈ, ਚੰਗੇ ਕੰਮ ਵੀ ਮਨ ਕਰਵਾਉਂਦਾ ਹੈ। ਸਰੀਰ ਸਾਧਨ ਨਹੀਂ ਹੈ, ਸਰੀਰ ਕਰਤਾ ਨਹੀਂ ਹੈ, ਸਰੀਰ ਤੇ ਇੱਕ ਸਾਧਨ ਹੈ। ਕਰਤਾ ਅਤੇ ਸਾਧਨ 'ਚ ਫਰਕ ਹੁੰਦਾ। ਜਿਵੇਂ ਇੱਕ ਉਦਾਹਰਨ ਦਿੱਤੇ ਸੀ ਬਈ ਮੋਹਨ ਨੇ ਸੋਟੀ ਨਾਲ ਸੱਪ ਮਾਰਿਆ। ਮੋਹਨ ਕਹਿੰਦਾ ਮੈਂ ਸੱਪ ਮਾਰਿਆ, ਸੋਟੀ ਕਹਿੰਦੀ ਮੈਂ ਮਾਰਿਆ। ਮੋਹਨ ਕਹਿੰਦਾ ਮੈਂ ਸੱਪ ਮਾਰਿਆ, ਸੋਟੀ ਕਹਿੰਦੀ ਮੈਂ ਸੱਪ ਮਾਰਿਆ।
ਹੁਣ ਧਿਆਨ ਰੱਖਣਾ। ਪਰਮਾਤਮਾ ਕਹਿੰਦਾ ਮੈਂ ਕੀਤਾ, ਬੰਦਾ ਕਹਿੰਦਾ ਮੈਂ ਕੀਤਾ। ਪਰਮਾਤਮਾ ਕਹਿੰਦਾ ਇਹ ਮੈਂ ਕੀਤਾ, ਬੰਦਾ ਕਹਿੰਦਾ ਨਹੀਂ ਜੀ ਮੈਂ ਕੀਤਾ। ਸਾਡੇ ਵਾਂਗੂ ਹੀ ਸੋਟੀ ਹੈ। ਸੋਟੀ ਕਹਿੰਦੀ ਮੈਂ ਸੱਪ ਮਾਰਿਆ, ਮੋਹਨ ਕਹਿੰਦਾ ਨਹੀਂ ਮੈਂ ਮਾਰਿਆ, ਸੱਪ ਤੇ ਮੈਂ ਹੀ ਮਾਰਿਆ, ਪਰ ਤੇਰੇ ਨਾਲ ਮਾਰਿਆ, ਤੈਨੂੰ ਮੈਂ ਸਾਧਨ ਬਣਾਇਆ। ਸੱਪ ਤੇ ਮੈਂ ਹੀ ਮਾਰਿਆ, ਤੈਨੂੰ ਸਾਧਨ ਬਣਾਇਆ, ਤੈਨੂੰ ਵਰਤਿਆ ਸੱਪ ਮਾਰਨ ਲਈ। ਤੂੰ ਆਪ ਸੱਪ ਨਹੀਂ ਮਾਰਿਆ, ਤੂੰ ਉੱਡ ਕੇ ਸੱਪ ਤੱਕ ਨਹੀਂ ਗਈ। ਜੇ ਮੈਂ ਤੈਨੂੰ ਚੁੱਕ ਕੇ ਉਹਨੂੰ ਮਾਰਦਾ ਹੀ ਨਾ, ਤੇ ਤੂੰ ਕਿਵੇਂ ਸੋਟੀ ਮਾਰ ਲੈਂਦੀ ਉਸ ਨੂੰ? ਇਸ ਦੇ ਵਿੱਚ ਬੜਾ ਵੱਡਾ ਭੇਦ ਛਿਪਿਆ ਹੋਇਆ। ਪਰਮਾਤਮਾ ਕਹਿੰਦਾ ਜਿਹੜਾ ਤੁਹਾਡੇ ਕੋਲ ਕੋਠੀ ਹੈ ਨਾ, ਇਹ ਤਾਂ ਮੈਂ ਤੁਹਾਨੂੰ ਦਿੱਤੀ ਹੈ। ਮੈਂ ਕਹਿ ਰਿਹਾ ਮੈਂ ਬਣਾਈ ਹੈ ਜੀ। ਹੋ ਗਏ ਨਾ ਗੜਬੜ, ਦੋ ਹੋ ਗਏ, ਦੋ ਕਰਤਾ ਹੋ ਗਏ। ਕਰਤਾ ਤਾਂ ਇੱਕੋ ਹੀ ਹੈ, ਅਸੀਂ ਤੇ ਸਾਧਨ ਹਾਂ। ਸਾਧਨ ਨੂੰ ਭੁਲੇਖਾ ਹੋ ਗਿਆ ਕਿ ਮੈਂ ਕਰਤਾ ਹਾਂ। ਜਿਵੇਂ ਸੋਟੀ ਸਾਧਨ ਸੀ ਜਿਸ ਨਾਲ ਮੋਹਨ ਨੇ ਸੱਪ ਨੂੰ ਮਾਰਿਆ, ਸਾਧਨ ਨੂੰ ਭੁਲੇਖਾ ਹੋ ਗਿਆ ਕਿ ਮੈਂ ਕਰਤਾ ਹਾਂ, ਮੈਂ ਮਾਰਿਆ। ਇਸੇ ਖਿਆਲ ਰੱਖਣਾ, ਕਰਤਾ ਨਹੀਂ ਬਣਨਾ। ਜਿਹੜਾ ਕਰਤਾ ਬਣਦਾ ਫਿਰ ਉਹ ਪਰਮਾਤਮਾ ਦਾ ਸ਼ਰੀਕ ਹੋ ਜਾਂਦਾ ਹੈ। ਅਸੀਂ ਪਰਮਾਤਮਾ ਦੇ ਸ਼ਰੀਕ ਨਹੀਂ ਬਣਨਾ, ਅਸੀਂ ਜੇ ਸਾਧਨ ਹਾਂ। ਵਰਤਿਆ ਪਰਮਾਤਮਾ ਨੇ ਸਾਨੂੰ ਹੈ, ਅਸੀਂ ਸਾਧਨ ਹਾਂ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭਗਤ ਭਾਏ ਤਰੀਐ ਸੰਸਾਰ। ਸੋ ਜਦੋਂ ਗੁਰੂ ਮਹਾਰਾਜ ਆਏ, ਭਗਤ ਆਏ, ਉਹਨਾਂ ਨੇ ਕਿਹਾ ਕਿਉਂ ਐਵੇਂ ਔਖੇ ਹੋ ਜਾਂਦੇ ਹੋ, ਕਿਉਂ ਐਵੇਂ ਔਖੇ ਹੋ ਜਾਂਦੇ ਹੋ? ਪਿਆਰ ਸਹਿਤ ਪਰਮਾਤਮਾ ਦੀ ਭਗਤੀ ਕਰੋ। ਨਹੀਂ ਤਾਂ ਪਹਿਲਾਂ ਘਰ ਛੱਡ ਜਾਂਦੇ ਹੁੰਦੇ ਸੀ, ਬਾਹਰ ਚਲੇ ਜਾਣਾ। ਉਹ ਕਹਿੰਦੇ ਨਹੀਂ, ਘਰ-ਬਾਰ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ। ਆਪਣੇ ਘਰ 'ਚ ਰਹੋ, ਆਪਣੇ ਪਰਿਵਾਰ 'ਚ ਰਹੋ, ਸਹਿਜ ਸੁਭਾਅ ਪਿਆਰ ਸਹਿਤ ਪਰਮਾਤਮਾ ਦੀ ਭਗਤੀ ਕਰਦੇ ਰਹੋ, ਉਹ ਮਿਲ ਜਾਏਗਾ। ਸਾਰੇ ਦੇ ਸਾਰੇ ਸਾਡੇ ਗੁਰੂ ਗ੍ਰਸਥੀ ਸਨ, ਗ੍ਰਸਥੀ ਸਨ। ਭਗਤਾਂ ਦੀ ਬਾਣੀ ਜਿਹਨੇ ਦਰਜ ਉਹ ਵੀ ਗ੍ਰਸਥੀ ਸਨ। ਉਹ ਸਾਰੇ ਜਿਹੜੇ ਸਨ ਗਰੀਬ ਹੁਣ ਕਰ ਸਨ। ਇਹ ਵੀ ਅਮੀਰ ਨਹੀਂ ਵੀ ਹਾਂਜੀ ਬੈਠੇ ਬਿਠਾਏ ਪੰਜਵੇਂ ਦੀ ਆਪਣੇ ਕਿਰਤ ਕਰਦੇ, ਕਿਰਤ ਕਰਕੇ ਪਰਮਾਤਮਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਪਰ ਕਿਰਤ ਕਰਦਿਆਂ ਹੋਇਆਂ ਵੀ ਨਾਮ ਜਪਦੇ ਸਨ, ਅਤੇ ਜਦੋਂ ਅੰਮ੍ਰਿਤ ਵੇਲੇ ਵਿਹਲੇ ਹੁੰਦੇ ਸਨ ਉਦੋਂ ਵੀ ਬੈਠ ਕੇ ਨਾਮ ਜਪਦੇ ਸਨ, ਅਤੇ ਉਹਨਾਂ ਸਾਰਿਆਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਇਸ ਲਈ ਕਹਿੰਦੇ ਭਗਤ ਪਾਏ ਤਰੀਐ ਸੰਸਾਰ। ਪਿਆਰ ਸਹਿਤ ਭਗਤੀ ਕਰਨਾ, ਬੰਦਾ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਸੰਸਾਰ ਸਮੁੰਦਰ, ਸੰਸਾਰ ਨੂੰ ਸਮੁੰਦਰ ਵੀ ਕਿਹਾ ਹੈ, ਇਹਨੂੰ ਭਵ ਸਾਗਰ ਵੀ ਕਿਹਾ ਹੈ। ਇਹ ਸਮੁੰਦਰ ਕਿਉਂ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਬੁਰਾਈਆਂ ਨੂੰ ਰਲਾ ਕੇ ਕਹਿੰਦੇ ਨੇ ਸੰਸਾਰ ਸਮੁੰਦਰ। ਇਹਨਾਂ ਪੰਜਾਂ ਨੂੰ ਕ੍ਰੋਸ ਕਰਨਾ, ਪਾਰ ਕਰਨਾ ਬੜਾ ਔਖਾ ਹੈ, ਬੜਾ ਔਖਾ। ਕੀ ਕਹਿ ਰਿਹਾ, ਕੋਈ ਵਿਰਲਾ ਟਾਵਾਂ ਹੈਗਾ, 1,00,000 2 ਲੱਖ ਪਿੱਛੇ ਕੋਈ ਇੱਕ ਬੰਦਾ ਜਿਹੜਾ ਇਹਨਾਂ ਪੰਜਾਂ ਤੋਂ ਬਚ ਗਿਆ ਹੋਵੇ। ਜੇ ਕੋਈ ਕਾਮ ਤੋਂ ਬਚ ਗਿਆ, ਕ੍ਰੋਧ ਤੋਂ ਬਚ ਗਿਆ, ਲੋਭ ਤੋਂ ਬਚ ਗਿਆ, ਮੋਹ ਤੋਂ ਬਚ ਗਿਆ, ਫਿਰ ਹੰਕਾਰ ਤੋਂ ਨਹੀਂ ਬਚਦਾ। ਉਹ ਕਹੇਗਾ ਹਾਂ ਮੈਂ 4 ਤੇ ਫਤਿਹ ਪਾ ਲਈ ਹੈ, ਹੰਕਾਰ ਵੱਧ ਗਿਆ ਨਾ। ਮੈਂ 5 ਵਾਰੀ ਹੇਮਕੁੰਟ ਸਾਹਿਬ ਜਾ ਆਇਆ, ਮੈਂ ਹਰ ਸਾਲ ਮੋਟਰਸਾਈਕਲ ਲੈ ਕੇ ਹੇਮਕੁੰਟ ਸਾਹਿਬ ਜਾਂਦਾ ਹਾਂ, ਮੈਂ ਇੰਨਾ ਕੁਛ ਕੀਤਾ। ਇਹ ਹਉਮੈ ਪੈਦਾ ਕਰਦਾ ਹੈ। ਇਸ ਤਰ੍ਹਾਂ ਜਦੋਂ ਅਸੀਂ ਗੱਲਾਂ ਕਰਦੇ ਹਾਂ ਹਉਮੈ ਦੀ ਬੂ ਆਉਂਦੀ ਹੈ ਵੀ ਤੁਸੀਂ ਤਾਂ ਜੀ ਬਾਬਾ ਜੀ ਇੱਕੋ ਵਾਰੀ ਗਿਆ, ਮੈਂ ਤਾਂ ਹਰ ਸਾਲ ਮੋਟਰਸਾਈਕਲ 'ਤੇ ਜਾਂਦਾ।
ਇਹ ਨਾ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਜੋ ਅਸੀਂ ਕਹਿ ਰਹੇ ਹਾਂ ਇਹ 'ਚ ਹਉਮੈ ਦੀ ਬੂ ਹੈ। ਹਉਮੈ ਤੋਂ ਛੁਟਕਾਰਾ ਪਾਉਣਾ ਸਭ ਤੋਂ ਔਖਾ ਹੈ, ਸਭ ਤੋਂ ਔਖਾ ਹੈ। ਹਉਮੈ ਦੀਰਘ ਰੋਗ ਹੈ। ਦੀਰਘ ਹੁੰਦਾ ਲੰਮਾ, ਹਉਮੈ ਜਿਹੜਾ ਬਹੁਤ ਲੰਮਾ ਰੋਗ ਹੈ। 5 ਰੋਗ ਗਿਣੇ ਗਏ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੰਕਾਰ ਜਿਹੜਾ ਹੈ ਸਭ ਤੋਂ ਲੰਮਾ ਰੋਗ ਹੈ। ਇਹ ਨਹੀਂ ਕਿ ਹਟਦਾ ਨਹੀਂ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਇਹਦਾ ਇਲਾਜ ਵੀ ਹੈਗਾ, ਇਹਦਾ ਇਲਾਜ ਵੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਪਰਮਾਤਮਾ ਕਿਰਪਾ ਕਰਦੇ ਫਿਰ ਮਨੁੱਖ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ। ਸਿਮਰਨ ਕਰਦਾ ਰਹਿੰਦਾ, ਕਰਦਾ ਰਹਿੰਦਾ, ਕਰਦਾ ਰਹਿੰਦਾ, ਕਰਦਾ ਰਹਿੰਦਾ। ਇੱਕ ਦਿਨ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਸੋ ਇਹਨਾਂ ਪੰਜਾਂ ਨੂੰ ਕਹਿੰਦੇ ਨੇ ਸੰਸਾਰ। ਇਹਨਾਂ ਪੰਜਾਂ ਨੂੰ ਕਹਿੰਦੇ ਨੇ ਸੰਸਾਰ ਸਮੁੰਦਰ। ਇਹਨਾਂ ਪੰਜਾਂ ਨੂੰ ਕਹਿੰਦੇ ਨੇ ਭਵ ਸਾਗਰ। ਇਹਨਾਂ ਨੂੰ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਨਾਲ ਹੀ ਤਰਿਆ ਜਾ ਸਕਦਾ ਹੈ, ਭਾਵ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਬਿਨ ਭਗਤੀ ਤਨ ਹੋਸੀ ਛਾਰ। ਛਾਰ ਹੁੰਦਾ ਸੁਆਹ। ਭਗਤੀ ਤੋਂ ਬਿਨਾਂ ਤਾਂ ਸਰੀਰ ਇਸ ਤਰ੍ਹਾਂ ਜਿਵੇਂ ਸੁਆਹ ਹੋਵੇ। ਮੁਰਦੇ ਨੂੰ ਜਲਾ ਨਹੀਂ, ਜਿਵੇਂ ਛਾਰ ਹੈ, ਸੁਆਹ ਹੈ। ਬਿਨਾਂ ਭਗਤੀ ਤੋਂ ਸਰੀਰ ਨੂੰ ਐ ਸਮਝਣਾ ਇਹ ਤਾਂ ਵਿਅਰਥ ਹੈ, ਇਹ ਤਾਂ ਸੁਆਹ ਹੈ। ਸਰਬ ਕਲਿਆਣ ਸੁਖ ਨਿਧ ਨਾਮ। ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਨਿਧ ਹੁੰਦਾ ਖਜ਼ਾਨਾ। ਹਿੰਦੀ ਵਾਲੇ ਕਹਿੰਦੇ ਨਿਧੀ, ਰਿਧੀ ਸਿਧੀ ਨਿਧੀ। ਆਪਾਂ ਕਿਉਂਕਿ ਗੁਰਬਾਣੀ ਅਨੁਸਾਰ ਪੜ੍ਹਨਾ ਹੈ, ਫਿਰ ਆਪਾਂ ਸਪੈਲਿੰਗ ਹਿੰਦੀ ਵਾਲੇ ਨੇ, ਨਨਸਿਆਰੀ ਤਦੇ ਨਸਿਆਰੀ। ਹਿੰਦੀ 'ਚ ਇਸ ਤਰ੍ਹਾਂ ਲਿਖਿਆ ਹੁੰਦਾ ਨਿਧੀ, ਸਪੈਲਿੰਗ ਹਿੰਦੀ ਵਾਲੇ ਨੇ। ਪਰ ਗੁਰਬਾਣੀ ਦਾ ਨਿਯਮ ਹੈ ਕਿ ਊੜੇ ਅਤੇ ਹਾਹੇ। ਇੱਕ ਹਾਹਾ ਹੈ ਸ਼ਬਦ ਜਿਹਨੂੰ ਔਂਕੜ ਵੀ ਲੱਗਦਾ, ਸਿਹਾਰੀ ਵੀ ਲੱਗਦੀ। ਊੜੇ ਨੂੰ ਤਾਂ ਇਕੱਲਾ ਔਂਕੜ ਹੀ ਲੱਗਦਾ, ਈੜੀ ਨੂੰ ਇਕੱਲੀ ਸਿਹਾਰੀ ਲੱਗਦੀ ਹੈ। ਬਾਕੀ ਕਿਸੇ ਨਾਲ ਲੱਗੀ ਹੋਈ ਸਿਹਾਰੀ ਅਤੇ ਔਂਕੜ ਨਹੀਂ ਬੋਲਦੇ। ਊੜਾ, ਈੜੀ ਅਤੇ ਹਾਹਾ ਤੇ ਅੱਖਰਾਂ ਦਾ ਖਿਆਲ ਰੱਖਣਾ। ਜੇ ਊੜਾ ਮਗਰ ਆ ਗਿਆ ਨਾ ਅਖੀਰ 'ਤੇ, ਉਸ ਨੂੰ ਜਿਹੜਾ ਹੈ ਹਾਹਾ ਆ ਗਿਆ ਮਗਰ, ਉਸ ਨੂੰ ਲੱਗੀ ਸਿਹਾਰੀ ਹੈ ਜਾਂ ਲੱਗਿਆ ਔਂਕੜ ਹੈ, ਉਹ ਕਈ ਵਾਰੀ ਨਹੀਂ ਬੋਲਦਾ। ਆਮ ਤੌਰ 'ਤੇ ਤਾਂ ਬੋਲਦਾ ਹੈ, ਪਰ ਕਈ ਵਾਰੀ ਉਹ ਨਹੀਂ ਬੋਲਦਾ। ਜੇ ਸ਼ਬਦ ਨਾਉਨ ਹੋਵੇ, ਨਾਮ ਹੋਵੇ ਜਾਂ ਪੜਨਾਮ ਹੋਵੇ ਜਾਂ ਵਿਸ਼ੇਸ਼ਣ ਹੋਵੇ ਅਤੇ ਉਹ ਹਾਹੇ ਵਾਲਾ ਹੋਵੇ, ਤਾਂ ਉਸ ਹਾਹੇ ਨੂੰ ਲੱਗੀ ਹੋਈ ਸਿਹਾਰੀ ਤੇ ਔਂਕੜ ਨਹੀਂ ਬੋਲਦੇ। ਇਹ ਨਿਧ ਹੈ, ਇਹ ਤਾਂ ਦਿਲ ਸਿਹਾਰੀ ਨਹੀਂ ਬੋਲਦੀ ਗੁਰਬਾਣੀ ਅਨੁਸਾਰ। ਇਸ ਲਈ ਆਪਾਂ ਨੂੰ ਬੋਲਣਾ ਨਿਧ। ਹਿੰਦੀ ਵਾਲਾ ਜੇ ਪਾਠ ਕਰਦਾ, ਉਸਨੇ ਪੜ੍ਹਨਾ ਸਰਬ ਕਲਿਆਣ ਸੁਖ ਨਿਧੀ ਨਾਮ। ਉਹਨੇ ਕਹਿਣਾ ਪਰਮਾਤਮਾ ਦਾ ਨਾਮ ਇੱਕ ਐਸਾ ਖਜ਼ਾਨਾ ਹੈ ਜਿਹਦੇ ਨਾਲ ਸਾਰੇ ਸੁੱਖ ਮਿਲਦੇ ਨੇ ਅਤੇ ਮਨੁੱਖ ਦਾ ਭਲਾ ਹੁੰਦਾ, ਕਲਿਆਣ ਹੁੰਦਾ, ਭਲਾ ਹੁੰਦਾ। ਜਿਹੜਾ ਆਪਣਾ ਸੰਵਿਧਾਨ ਹੈ ਨਾ, ਉਹ 'ਚ ਲਿਖਿਆ ਹੋਇਆ ਜਿਹੜਾ ਲੋਕਤੰਤਰ ਹੈ ਹਿੰਦੁਸਤਾਨ ਦਾ, ਇਹਦੀ ਜਿਹੜੀ ਸਰਕਾਰ ਹੈ ਕਲਿਆਣਕਾਰੀ ਹੋਵੇਗੀ, ਵੀ ਲੋਕਾਂ ਦੇ ਭਲੇ ਲਈ ਕੰਮ ਕਰੇਗੀ। ਉਹ ਗੱਲ ਵੱਖਰੀ ਹੈ ਕਿ ਹੁਣ ਆਪਣੇ ਭਲੇ ਲਈ ਕੰਮ ਕੀਤਾ ਲੋਕ ਜਾਣ ਜਹੰਨਮ 'ਚ, ਉਹ ਗੱਲ ਵੱਖਰੀ। ਪਰ ਲਿਖਿਆ ਉੱਥੇ ਇਹੀ ਹੈ ਵੀ ਜਿਹੜੀ ਸਰਕਾਰ ਹੋਏਗੀ ਉਹ ਕਲਿਆਣਕਾਰੀ ਹੋਵੇਗੀ, ਲੋਕਾਂ ਦਾ ਭਲਾ ਕਰਨ ਵਾਲੀ ਹੋਵੇਗੀ। ਪਰਮਾਤਮਾ ਦਾ ਨਾਮ ਇੱਕ ਐਸਾ ਖਜ਼ਾਨਾ ਹੈ ਜਿਸ ਦੇ ਵਿੱਚ ਸਾਰੇ ਕਲਿਆਣ, ਸਾਰੇ ਸੁੱਖ ਨੇ। ਬੂੜਤ ਜਾਤ ਪਾਏ ਵਿਸ਼ਰਾਮ। ਮਨੁੱਖ ਡੁੱਬ ਰਿਹਾ ਹੈ, ਆਪਾਂ ਕਹਿੰਦੇ ਡੁੱਬਣਾ, हिंदी वाले कहते डूबना। वह पानी में डूब रहा है, पर गुरबाणी जो सुनू है बूढ़ तो लिखा है डुब रहे।
ਹੁਣ ਸਵਾਲ ਪਿਆ ਕਾਹਦੀ ਡੁੱਬ ਰਿਹਾ ਵੀ? ਇਹ ਪਾਣੀ 'ਚ ਡੁੱਬਣ ਤੋਂ ਕੋਈ ਲੈਣ ਦੇਣ ਨਹੀਂ ਹੈਗਾ, ਕਿਉਂਕਿ ਪਾਣੀ ਡੁੱਬਣ ਨਾਲ ਵਾਹਿਗੁਰੂ ਕਰਨ ਬਾਹਰ ਨਹੀਂ ਨਿਕਲਦਾ ਹੈਗਾ, ਉਹ ਤਾਂ ਕੋਈ ਕੱਢੂ ਸਾਨੂੰ। ਅਸੀਂ ਬੁਰਾਈਆਂ 'ਚ ਡੁੱਬ ਰਹੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਈਰਖਾ, ਬਖੀਲੀ, ਇਹਦੇ ਵਿੱਚ ਅਸੀਂ ਡੁੱਬ ਰਹੇ ਹਾਂ। ਜਦੋਂ ਜਪਿਆ ਨਾਮ ਪਾਏ ਵਿਸ਼ਰਾਮ, ਡੁੱਬਣ ਤੋਂ ਰੁਕ ਗਏ, ਡੁੱਬਣ ਤੋਂ ਰੁਕ ਗਏ ਅਸੀਂ, ਸਾਡਾ ਬਚਾਅ ਹੋ ਗਿਆ। ਨਾਮ ਜਪਣ ਨਾਲ ਬੰਦਾ ਇਹਨਾਂ ਬੁਰਾਈਆਂ ਤੋਂ ਬਚ ਜਾਂਦਾ ਹੈ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ। ਤਾਸ ਹੁੰਦਾ ਹੈ ਖਜ਼ਾਨਾ, ਗੁਣ ਤਾਸ ਗੁਣਾਂ ਦਾ ਖਜ਼ਾਨਾ, ਭਾ ਪਰਮਾਤਮਾ। ਨਾਨਕ ਨਾਮ ਜਪੋ ਗੁਣ ਤਾਸ। ਹੈ ਭਾਈ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ ਨਾ, ਉਹਦਾ ਨਾਮ ਜਪੋ। ਫਿਰ ਜੋ ਨਾਮ ਜਪੋਗੇ ਹੋਵੇਗਾ ਕਿ ਸਗਲ ਦੁੱਖ ਕਾ ਹੋਵਤ ਨਾਸ, ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ, ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ। ਨਾਲੇ ਸਾਡੇ 'ਚ ਗੁਣ ਪੈਦਾ ਹੋ ਜਾਏਗਾ, ਉਹ ਹੈ ਹੀ ਗੁਣਤਾਸ। ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਹੈ, ਜੋ ਕਿਸੇ ਕੋਲੇ ਹੁੰਦਾ ਉਹੀ ਦੂਜੇ ਨੂੰ ਉਹ ਦੇ ਸਕਦਾ। ਕੋਈ ਮੇਰੇ ਤੋਂ ਕੋਈ ਚੀਜ਼ ਮੰਗਣ ਆ ਗਿਆ, ਮੈਂ ਉਹਨੂੰ ਤਾਂ ਹੀ ਦੇ ਸਕਦਾ ਜੋ ਚੀਜ਼ ਮੇਰੇ ਕੋਲ ਹੋਵੇ। ਜੋ ਚੀਜ਼ ਮੇਰੇ ਕੋਲ ਹੈ ਹੀ ਨਹੀਂ ਤਾਂ ਮੈਂ ਉਸ ਨੂੰ ਨਹੀਂ ਦੇ ਸਕਦਾ। ਪਰਮਾਤਮਾ ਕੋਲ ਸਭ ਕੁਝ ਹੈ, ਇਸ ਲਈ ਜੋ ਜੋ ਮਨੁੱਖ ਮੰਗਦਾ ਹੈ ਉਸ ਤੋਂ ਪਰਮਾਤਮਾ ਤੋਂ ਉਸ ਨੂੰ ਮਿਲਦਾ ਹੈ। ਹਾਂ, ਇਹ ਗੱਲ ਵੱਖਰੀ ਹੈ, ਕਿਸੇ ਨੂੰ ਤੁਰੰਤ ਮਿਲ ਗਿਆ, ਕਿਸੇ ਨੂੰ ਦੇਰ ਨਾਲ ਮਿਲ ਗਿਆ। ਜੇ ਭਜਨ ਬੰਦਗੀ ਬਹੁਤ ਹੈ ਫਿਰ ਤੁਰੰਤ ਮਿਲ ਜਾਂਦਾ ਹੈ, ਫਿਰ ਨਾਲ ਦੀ ਨਾਲ ਹੀ ਮਿਲ ਜਾਂਦਾ। ਮੈਂ ਕੋਈ ਤੁਹਾਨੂੰ ਪਹਿਲਾਂ ਵੀ ਸੁਣਾਇਆ ਵੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਅਤੇ ਉਹਨਾਂ ਦੇ ਮਿੱਤਰ ਦੂਜੇ ਨੰਬਰ 'ਤੇ ਭਾਈ ਕਿਸ਼ਨ ਸਿੰਘ ਜੀ, ਉਦੋਂ ਅਜੇ ਸੰਤ ਕਰਕੇ ਲੋਕ ਨਹੀਂ ਸਨ ਜਾਣਨ ਲੱਗੇ। ਆਵਾਜਾਈ ਦਾ ਵੀ ਕੋਲ ਕੋਈ ਸਾਧਨ ਨਹੀਂ ਸੀ। ਉਹ ਰਾਜਪੁਰੇ ਤੋਂ ਪੈਦਲ ਹੀ ਚੱਲੇ ਮੰਡਿਆਣੀ ਪਿੰਡ ਨੂੰ। ਇੱਕ ਨੇ ਵਾਜਾ ਚੱਕਿਆ ਹੋਇਆ, ਦੂਜੇ ਨੇ ਤਬਲਾ ਚੱਕਿਆ ਹੋਇਆ, ਢੋਲਕੀ ਜੋ ਹੈ ਆਪ ਹੀ ਚੱਕੀ ਲਈ ਜਾਂਦੇ। ਪਿੰਡ 'ਚ ਕੀਰਤਨ ਕਰਕੇ ਵਾਪਸ ਜਾ ਰਹੇ ਨੇ, ਇੰਨੇ 'ਚ ਧੁੱਪ ਹੋ ਗਈ, ਗਰਮੀਆਂ ਦਾ ਮੌਸਮ ਸੀ, ਦੁਪਹਿਰ ਹੋ ਗਈ, ਤੁਰੇ ਜਾ ਰਹੇ ਨੇ। ਅਚਾਨਕ ਸੰਤ ਈਸ਼ਰ ਸਿੰਘ ਜੀ ਕਹਿੰਦੇ ਵੀ ਕਿਸ਼ਨ ਸਿੰਘ, ਆਪਾਂ ਹੈਗੇ ਬੇਹੰਗਮ, ਆਪਾਂ ਪੈਸਾ ਕੋਲ ਰੱਖਦੇ ਨਹੀਂ। ਜੇ ਆਪਣੇ ਕੋਲੇ ਪੈਸੇ ਹੁੰਦੇ ਰਾਜਪੁਰੇ ਜਾ ਕੇ ਲੱਸੀ ਪੀਂਦੇ। ਇੰਨੇ ਕਹਿਣ ਦੀ ਦੇਰ ਸੀ, ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਬੰਦਾ ਮਗਰੋਂ ਭੱਜਿਆ ਆਇਆ, ਅੱਗੇ ਆ ਕੇ ਸੰਤ ਈਸ਼ਰ ਸਿੰਘ ਮਹਾਰਾਜ ਦੇ ਚਰਨਾਂ 'ਤੇ 10 ਰੁਪਈਏ ਮੱਥਾ ਟੇਕਿਆ। ਇਹ ਭਲੇ ਜ਼ਮਾਨੇ ਸਨ ਉਦੋਂ, ਕਿਉਂਕਿ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਸੋ 10 ਰੁਪਏ ਮੱਥਾ ਟੇਕਿਆ। ਮਹਾਂਪੁਰਖ ਕਹਿੰਦੇ ਭਾਈ ਇਹ ਕਾਹਦੇ? ਕਹੇ ਜੀ ਮੈਂ ਸੁੱਖਿਆ ਹੋਇਆ ਸੀ ਕਿ ਮੈਨੂੰ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਦਰਸ਼ਨ ਹੋਣਗੇ ਮੈਂ 10 ਰੁਪਈਏ ਮੱਥਾ ਟੇਕਾਂਗਾ। ਅੱਜ ਮੈਨੂੰ ਇਸ ਪਿੰਡ ਜਾ ਕੇ ਪਤਾ ਲੱਗਾ ਵੀ ਤੁਸੀਂ ਇੱਥੋਂ ਕੀਰਤਨ ਕਰਕੇ ਜਾ ਰਹੇ ਹੋ। ਉਹਨਾਂ ਕਿਹਾ ਵੀ ਉਹ 2 ਬੰਦੇ ਜਾ ਰਹੇ ਨੇ, ਉਹਨਾਂ 'ਚ ਇੱਕ ਸੰਤ ਈਸ਼ਰ ਸਿੰਘ ਨੇ। ਮੈਂ ਕਿਹਾ ਭਾਈ ਕੋਈ ਨਿਸ਼ਾਨੀ? ਕਹਿੰਦੇ ਦੋਨਾਂ 'ਚੋਂ ਛੋਟੀ ਉਮਰ ਦੇ ਹੋਣਗੇ। ਮੈਂ ਜੇ ਤੁਹਾਡੇ ਅੱਗੇ ਆਇਆ, ਮੈਂ ਦੇਖਿਆ ਤੁਸੀਂ ਵੀ ਛੋਟੀ ਉਮਰ ਦੇ ਹੋ, ਇਸ ਲਈ ਆਹ ਲਓ 10 ਰੁਪਈਏ। ਕਹਿੰਦੇ ਜਦੋਂ ਪੈਸੇ ਹੱਥ 'ਚ ਫੜੇ ਉਹ ਬੰਦਾ ਲੋਪ ਹੋ ਗਿਆ। ਮੈਂ ਕਿਹਾ ਉਹ ਕਿਸ਼ਨ ਸਿਆਂ ਕੁਛ ਹੋਰ ਹੀ ਮੰਗ ਲੈਂਦੇ, ਕਿਉਂਕਿ ਭਜਨ ਬੰਦਗੀ ਇੰਨੀ ਸੀ ਕਿ ਪਰਮਾਤਮਾ ਨਾਲ ਦੀ ਨਾਲ ਹੀ ਇੱਛਾ ਪੂਰੀ ਕਰਦੇ, ਨਾਲ ਦੀ ਨਾਲ ਇੱਛਾ ਪੂਰੀ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ। ਉਹ ਦਾਸ ਹੈ ਨਾ ਪਰਮਾਤਮਾ ਦੇ, ਜੋ ਮੁਖ ਤੋਂ ਬੋਲਿਆ ਵੀ ਜੇ ਕਿਤੇ ਅੱਜ ਪੈਸੇ ਹੁੰਦੇ ਲੱਸੀ ਪੀਂਦੇ, ਉਹ ਕਹਿੰਦੇ ਲਓ ਜੀ ਹੁਣੀ ਲਓ।
ਨਹੀਂ ਲਾ। ਪਰਮਾਤਮਾ ਉੱਤੋਂ 10 ਰੁਪਈਏ ਨਹੀਂ ਸੁੱਟੇ, ਉਸ ਨੂੰ ਪਤਾ ਨਹੀਂ ਉਹ ਕਿਹੜੀ ਰੂਹ ਸੀ, ਉਸ ਨੂੰ ਭੇਜਿਆ ਵੀ ਜਾ ਤੂੰ 10 ਰੁਪਈਏ ਦੇ ਕੇ ਆ। ਹੋ ਸਕਦਾ ਗੁਰੂ ਮਹਾਰਾਜ ਆਪ ਹੁਣ ਨਿਹੰਗ ਬਾਣੇ 'ਚ, ਤਾਂ ਹੀ ਅਲੋਪ ਹੋ ਗਏ ਨਾ। ਤੋ ਇਸ ਲਈ ਪਰਮਾਤਮਾ ਜੋ ਤੁਸੀਂ ਮੰਗੋ ਯਾਦ ਰੱਖੋ, ਚਾਹੇ ਇਸ ਜਨਮ 'ਚ ਮਿਲੇ, ਚਾਹੇ ਅਗਲੇ 'ਚ ਮਿਲੇ, ਚਾਹੇ ਅਗਲੇ 'ਚ ਮਿਲੇ, ਚਾਹੇ ਅਗਲੇ 'ਚ ਮਿਲੇ, ਜੋ ਅੱਜ ਮੰਗਿਆ ਉਹ ਮਿਲਣਾ ਹੀ ਮਿਲਣਾ ਹੈ। ਕਿਉਂਕਿ ਜੇ ਮਿਲੇ ਨਾ ਫਿਰ ਤਾਂ ਬਾਣੀ ਗਲਤ ਹੋ ਜਾਏ। ਬਾਣੀ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਤੁਸੀਂ ਪੁੱਤਰ ਮੰਗੀ ਜਾ ਰਹੇ ਹੋ, ਮੰਗੀ ਜਾ ਰਹੇ ਹੋ, ਉਹ ਰੱਬ ਦੇ ਹੀ ਨਹੀਂ ਰਿਹਾ। ਤੁਸੀਂ ਕਹਿੰਦੇ ਐਵੇਂ ਲਿਖਿਆ ਜੀ ਬਾਣੀ 'ਚ, ਮੈਂ ਤਾਂ 100 ਵਾਰ ਮੰਗਿਆ ਗੁਰਦੁਆਰੇ ਜਾ ਕੇ, ਮੈਨੂੰ ਤਾਂ ਰੱਬ ਨੇ ਪੁੱਤਰ ਨਹੀਂ ਦਿੱਤਾ ਹੈ। ਲਿਖਿਆ ਜੀ ਜੋ ਮੰਗਿਆ ਠਾਕੁਰ ਆਪਣੇ ਤੇ। ਸਮਝਾਉਣ ਵਾਲਾ ਤੋਂ ਕਸਰ ਰਹਿ ਗਈ ਅਸਲ। ਇਹ ਤਾਂ ਕਥਾਕਾਰਾਂ ਦਾ ਫਰਜ਼ ਬਣਦਾ ਇਸ ਲਾਈਨ ਨੂੰ ਕਲੀਅਰ ਕੀਤਾ ਜਾਵੇ, ਨਹੀਂ ਤਾਂ ਲੋਕਾਂ ਦਾ ਤਾਂ ਦਿਲ ਟੁੱਟ ਜਾਏਗਾ ਵੀ ਬਾਣੀ 'ਚ ਲਿਖਿਆ ਜੋ ਤੁਸੀਂ ਮੰਗੋਗੇ ਉਹੀ ਮਿਲਦਾ। ਮੈਨੂੰ ਤਾਂ ਸਾਰੀ ਉਮਰ ਮੰਗ ਦਿਆਂਗੇ, ਮੈਨੂੰ ਤਾਂ ਮਿਲਿਆ ਨਹੀਂ, ਮੈਨੂੰ ਤਾਂ ਮਿਲਿਆ ਨਹੀਂ। ਉਹਨੂੰ ਦੱਸਣਾ ਮਿਲੇਗਾ ਜ਼ਰੂਰ। ਤੇਰੀ ਅਜੇ ਕਮਾਈ ਘੱਟ ਹੈ ਪਰ ਤੂੰ ਮੰਗਿਆ ਨਾ, ਮਿਲੇਗਾ ਜ਼ਰੂਰ। ਮਾਧੋ ਦਾਸ ਦਾ ਗੁਰੂ ਔਗੜਨਾਥ, ਮਰਨ ਵੇਲੇ ਮਨ 'ਚ ਖਿਆਲ ਆਇਆ ਵੀ ਉਹ ਕਦੇ ਬੇਲ ਹੀ ਨਹੀਂ ਖਾ ਕੇ ਵੇਖਿਆ। ਜ਼ਰੂਰੀ ਨਹੀਂ ਕਿ ਉਹਨੂੰ ਬੰਦਾ ਬਣਾ ਕੇ ਬਿਲ ਖਵਾਉਣਾ, ਅਗਲੇ ਜਨਾ ਕੀੜਾ ਬਣਾਤਾ, ਬਿਲ ਦੇ ਹੀ ਕੀੜਾ ਬਣਾਤਾ। ਲੈ ਤੂੰ ਬਿਲ ਦੇ ਵਿੱਚ ਹੀ ਰਹਿ, ਤੈਨੂੰ ਖਾਈ ਜਾ। ਇੱਛਾ ਪੂਰੀ ਕਰਤੀ, ਇੱਛਾ ਪੂਰੀ ਕਰਦੀ। ਇੱਛਾ ਸੀ ਵੀ ਖਾਧਾ ਨਹੀਂ, ਪਤਾ ਨਹੀਂ ਕੀ ਹੋ ਜਾਂਦਾ। ਕਹਿੰਦਾ ਕੋਈ ਨਾ ਖਾਈ ਜਾ। ਉਹ ਤਾਂ ਦਸਮ ਪਾਤਸ਼ਾਹ ਨੇ ਕਿਰਪਾ ਕੀਤੀ, ਉਹਦੀ ਜੂਨੀ ਕੱਟੀ, ਫਿਰ ਉਹਨੇ ਜਾਣੇ ਸੀ ਸਵਰਗਾਂ। ਕਮਾਈ ਤਾਂ ਬਹੁਤ ਸੀ। ਕਈ ਵਾਰੀ ਸਾਡੀ ਬਹੁਤ ਕਮਾਈ ਹੁੰਦੀ ਹੈ, ਸਾਨੂੰ ਦੁਬਾਰਾ ਜਨਮ ਮਿਲ ਜਾਂਦਾ, ਕਿਉਂਕਿ ਸਾਡੀ ਇੱਛਾ ਹੁੰਦੀ ਹੈ। ਉਸ ਇੱਛਾ ਦੀ ਪੂਰਤੀ ਲਈ ਸਾਨੂੰ ਦੁਬਾਰਾ ਜਨਮ ਲੈਣਾ ਪੈਂਦਾ ਹੈ। ਔਰ ਬਾਕੀ ਜੋ ਇਨਸਾਨ ਮੰਗਦਾ ਮਿਲ ਉਸ ਨੂੰ ਜਾਂਦਾ, ਸੂਨਰ ਲੇਟਰ ਮਿਲਣਾ ਹੀ ਮਿਲਣਾ ਹੈ। ਇਸ ਲਈ ਇਹ ਖਿਆਲ ਰੱਖਣਾ ਕਿ ਜੋ ਮੰਗਿਆ ਜਾ ਰਿਹਾ ਕਿ ਉਹ ਸਹੀ ਹੈ। ਕਿਤੇ ਜੇ ਮਿਲ ਗਿਆ ਤਾਂ ਫਿਰ ਕਿਤੇ ਦੁਖੀ ਨਾ ਅਸੀਂ ਹੋਈਏ। ਇਸ ਲਈ ਜੇ ਮੈਂ ਕਹਿੰਦਾ ਕਿ ਭਾਈ ਟੈਲੀਫੋਨ 'ਤੇ ਤੁਸੀਂ ਅਰਦਾਸ ਕਰਾਉਣੀ ਹੈ, ਇੱਕੋ ਵਾਰ ਰਿੰਗ ਕਰਨੀ ਹੈ। ਮੇਰੇ ਕੋਲ ਮੈਂ ਮੰਨ ਲਓ ਕਿਸੇ ਦੀ ਹੋਰ ਅਰਦਾਸ ਅਜੇ ਕਰ ਰਿਹਾ, ਇੰਨੇ ਚਿਰ ਤੁਹਾਡੀ ਰਿੰਗ ਆ ਗਈ ਹੈ, ਮੇਰੇ ਕੋਲ ਸੁਣਨ ਨੂੰ ਟਾਈਮ ਨਹੀਂ ਹੈ। ਬਸ ਤੁਸੀਂ ਰਿੰਗ ਕਰਤੀ ਹੈ, ਮਿਸਡ ਕਾਲ ਮੇਰੇ ਕੋਲ ਆ ਗਈ ਹੈ, ਜਦੋਂ ਮੈਂ ਵਿਹਲਾ ਹੋਵਾਂਗਾ ਜਵਾਬ ਦੇ ਦੇਣਾ। ਕਈ 7 ਵਾਰੀ ਕਰੀ ਜਾਂਦੇ ਨੇ ਵੀ ਜਦੋਂ ਅਗਲਾ ਅੱਗੇ ਵਿਹਲਾ ਨਹੀਂ, ਉਹ ਦੂਜੇ ਦੀ ਅਜੇ ਅਰਦਾਸ ਕਰ ਰਿਹਾ, ਵਿਹਲਾ ਹੋਊਗਾ ਤਾਂ ਹੀ ਤੁਹਾਡੀ ਕਰੂਗਾ ਨਾ। ਕਮਲੇ ਵਾਂਗੂ ਉੱਥੇ ਆ ਜਾਣਾ 7 ਟਾਈਮਸ, ਪਤਾ ਲੱਗ ਵੀ ਕਿੰਨੇ ਵਾਰੀ ਨੇ ਕੀਤੀ। ਕਿੰਨਾ ਸਮਝਾਇਆ ਕਿ ਵਾਰੀ ਵਾਰੀ ਨਾ ਬੈਲ ਖੜਕਾਈ ਜਾਓ। ਇੱਕ ਵਾਰੀ ਤੁਸੀਂ ਕਰਤਾ, ਮੇਰੇ ਕੋਲ ਤੁਹਾਡਾ ਨੰਬਰ ਆ ਗਿਆ, ਜਦੋਂ ਮੈਂ ਪਹਿਲਿਆਂ ਦੀ ਅਰਦਾਸ ਕਰ ਲਾਂਗਾ ਫਿਰ ਤੁਹਾਡੀ ਅਰਦਾਸ ਹੋ ਜਾਏਗੀ। ਸੋ ਜਿਹੜੇ ਵੀ ਮੇਰੀ ਆਵਾਜ਼ ਇਸ ਵੇਲੇ ਸੁਣ ਰਹੇ ਹੋ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਇੱਕੋ ਵਾਰੀ ਰਿੰਗ ਕਰਨੀ। ਜੇ ਤਾਂ ਮੈਂ ਉਸ ਵੇਲੇ ਵਿਹਲਾ ਹੋਇਆ ਉਸੇ ਵੇਲੇ ਅਟੈਂਡ ਕਰ ਲਾਂਗਾ, ਜੇ ਮੈਂ ਨਾ ਵਿਹਲਾ ਹੋਇਆ ਤਾਂ ਤੁਹਾਡੀ ਕਾਲ ਮੇਰੇ ਕੋਲ ਆ ਗਈ ਹੈ, ਜਦੋਂ ਵਿਹਲਾਂਗਾ ਤੁਹਾਡੇ ਜਵਾਬ ਦੇ ਦਿੱਤਾ ਜਾਵੇਗਾ। ਸੋ ਖਿਆਲ ਰੱਖਣਾ, ਜਿਹੜੇ ਵੀ ਸੁਣ ਰਹੇ ਹੋ ਅਤੇ ਹੋਰਾਂ ਨੂੰ ਵੀ ਦੱਸ ਦੇਣਾ ਕਿ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਰਦਾਸਾਂ ਹੁੰਦੀਆਂ। ਇੱਥੇ ਗੁਰਦੁਆਰਾ ਸਾਹਿਬ ਆਉਣ ਦੀ ਲੋੜ ਨਹੀਂ, ਆਪਣੇ ਮੋਬਾਈਲ 'ਤੇ ਹੀ ਤੁਸੀਂ ਅਰਦਾਸ ਕਰਾ ਲਿਆ ਕਰਨੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਭਗਤ ਪਾਏ ਤਰੀਐ ਸੰਸਾਰ। ਇਹ ਪ੍ਰੇਮਾ ਭਗਤੀ ਦੇ ਨਾਲ ਮਨੁੱਖ ਇਸ ਸੰਸਾਰ ਨੂੰ ਤਰ ਜਾਂਦਾ ਹੈ। ਅੱਗੇ ਕਹਿੰਦੇ ਬੂੜਤ ਜਾਤ ਪਾਏ ਵਿਸ਼ਰਾਮ, ਸਗਲ ਦੁਖ ਕਾ ਹੋ। ਅੱਗੇ ਕਹਿੰਦੇ ਫਿਰ ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ। ਜਦੋਂ ਆਪਾਂ ਗੁਣਾਂ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਜਪਾਂਗੇ, ਸਾਰੇ ਦੁੱਖਾਂ ਦਾ ਸਮਾਂ ਪਾ ਕੇ ਨਾਸ ਹੋ ਜਾਏਗਾ। ਅੱਗੇ ਕਹਿੰਦੇ ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਭਾਅ। ਮਨ ਤੇ ਤਨ ਦੀ ਇਹੀ ਸੁਭਾਅ ਹੁੰਦਾ, ਇੱਛਾ। ਇਹੀ ਇੱਛਾ ਸੀ
ਕਿ ਮੇਰੇ ਅੰਦਰ ਪਰਮਾਤਮਾ ਪ੍ਰਤੀ ਪਿਆਰ ਪੈਦਾ ਹੋ ਜਾਏ, ਚਾਅ ਪੈਦਾ ਹੋ ਜਾਏ, ਉਪਜੀ ਪ੍ਰੀਤ। ਹੁਣ ਫਿਰ ਪਰਮਾਤਮਾ ਪ੍ਰਤੀ ਪਿਆਰ ਪੈਦਾ ਹੋ ਗਿਆ ਹੈ। ਹੁਣ ਜਦੋਂ ਪ੍ਰੇਮ ਦੇ ਨਾਲ ਬੰਦਾ ਚਾਅ ਦੇ ਨਾਲ ਨਾਮ ਜਪਦਾ, ਫਿਰ ਉਹ 'ਚ ਰਸ ਆਉਂਦਾ, ਰਸ ਆਉਂਦਾ। ਪਰਮਾਤਮਾ ਨਾਲ ਪਿਆਰ ਪੈਣਾ, ਉਹਦੇ ਨਾਮ ਦੇ ਵਿੱਚ ਰਸ ਆਉਣਾ, ਮਨ ਅੰਤਰ ਕਾ ਇਹੀ ਸੁਭਾਅ। ਮਨ ਅਤੇ ਤਨ ਦਾ ਇਹੀ ਪ੍ਰਯੋਜਨ ਹੈ, ਇਹੀ ਉਦੇਸ਼ ਹੈ, ਇਹੀ ਇੱਛਾ ਹੈ ਕਿ ਜਿਹੜਾ ਸਾਨੂੰ ਆਨੰਦ ਆਵੇ, ਰਸ ਆਵੇ ਨਾਮ ਜਪਣ। ਨੇਤਰੋਂ, ਅੱਖਾਂ ਨਾਲ। ਜੇ ਪੜੋਗੇ ਨੇਤਰੋ, ਹੇ ਅੱਖੀਓ, ਫਿਰ ਆਪਾਂ ਕਹਿੰਦੇ ਨੇਤਰੋ, ਹੇ ਅੱਖੀਓ। ਨੇਤਰੋਂ, ਅੱਖਾਂ ਨਾਲ। ਨੇਤਰੋਂ ਪੇਖ ਦਰਸ ਸੁਖ ਹੋਏ। ਅੱਖਾਂ ਦੇ ਨਾਲ ਪਰਮਾਤਮਾ ਨੂੰ ਵੇਖ ਕੇ, ਪੇਖ ਵੇਖ ਕੇ। ਨੇਤਰੋਂ ਪੇਖ ਦਰਸ, ਪਰਮਾਤਮਾ ਦੇ ਅੱਖਾਂ ਨਾਲ ਦਰਸ਼ਨ ਕਰਨ ਤੋਂ ਬਾਅਦ ਸੁਖ ਹੋਏ। ਸੁਖ ਖੱਕੇ ਰੌਂਕਾ ਲਾ ਰੱਖਿਆ, ਇੱਕੋ ਹੀ ਸੁਖ। ਇੱਥੇ ਪਾਵੇ ਸਦੀਵੀ ਸੁਖ। ਜਦੋਂ ਮਨੁੱਖ ਅੱਖਾਂ ਨਾਲ ਪਰਮਾਤਮਾ ਦੇ ਦਰਸ਼ਨ ਕਰਦੇ ਨੂੰ ਸਦਾ ਲਈ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹੋਰ ਕੀ ਹੁੰਦਾ? ਮਨ ਵਿਕਸੈ ਸਾਧ ਚਰਨ ਧੋਏ। ਗੁਰੂ ਦੇ ਚਰਨ ਧੋ ਕੇ ਮਨ ਖਿੜ ਉੱਠਦਾ ਹੈ। ਵਿਕਸਣ ਦੇ ਖਿੜਨਾ, ਖੁਸ਼ ਹੋਣਾ। ਸਾਧੂ ਦੇ ਗੁਰੂ ਦੇ ਚਰਨ ਧੋ ਕੇ ਨਾ ਮਨ ਕਹਿੰਦੇ ਖੁਸ਼ ਹੋ ਜਾਂਦਾ, ਕਿਉਂਕਿ ਸਭ ਤੋਂ ਵੱਡੀ ਸੇਵਾ ਗਿਣੀ ਗਈ ਹੈ। ਚਰਨਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਗਿਣੀ ਗਈ ਹੈ। ਆਮ ਕਹਾਵਤ ਹੈ ਵੀ ਜੇ ਰਾਜੇ ਨੇ ਕੰਨਾਂ ਦੇ ਕੱਚੇ ਹੁੰਦੇ ਨੇ, ਮਹਾਂਪੁਰਖ ਪੈਰਾਂ ਦੇ ਕੱਚੇ ਹੁੰਦੇ ਨੇ। ਜਿਹੜੇ ਪੋਲੀਟੀਕਲ ਬੰਦੇ ਨੇ, ਰਾਜੇ ਦੇ ਕੰਨਾਂ ਦੇ ਕੱਚੇ ਹੁੰਦੇ ਨੇ। ਮੈਂ ਜਾ ਕੇ ਕਹਿੰਦਾ ਫਲਾਣਾ ਐਂ ਕਹਿੰਦਾ ਸੀ ਜੀ, ਉਹਨੂੰ ਸੱਚ ਮੰਨ ਲਈਦੇ ਨੇ। ਉਹਨੂੰ ਸੱਚ ਮੰਨ, ਇਨਕੁਆਇਰੀ ਨਹੀਂ ਕਰਦੇ, ਉਹਨੂੰ ਸੱਦ ਕੇ ਪੁੱਛਦੇ ਨਹੀਂ, ਭਾਈ ਤੂੰ ਐਂ ਕਿਹਾ ਮੇਰੇ ਬਾਰੇ ਨਾ। ਮੈਂ ਜਾ ਕੇ ਕਹਿੰਦਾ ਮੰਨ ਲਈ ਵੀ ਹਾਂ ਉਹ ਕਹਿੰਦਾ ਹੁਣ। ਸਾਧੂ ਕਹਿੰਦੇ ਪੈਰਾਂ ਦੇ ਕੱਚੇ ਦੇ ਮੱਥਾ ਟੇਕੋ ਪੈਰਾਂ ਤੇ ਆਪਣੀ ਗੱਲ ਬਣਵਾ ਲਓ। ਆਹ ਚਮਚੇ ਕੀ ਕਰਦੇ ਨੇ? ਹੋਰ ਇਹੀ ਕਰਦੇ ਨੇ। ਕੋਲ ਜਾ ਕੇ ਬਹਿ ਗਏ, ਮਿੱਠੀਆਂ ਮਿੱਠੀਆਂ ਗੱਲਾਂ ਕਰਨੀ, ਦੂਜੇ ਦੀ ਨਿੰਦਿਆ ਕਰਨੀ ਹੈ, ਅਤੇ ਫਿਰ ਜਿਹੜਾ ਆਪਣਾ ਕੰਮ ਕਰਵਾ ਲੈਣਾ। ਐਂ ਸਾਧੂਆਂ ਦੇ ਚਰਨ ਧੋਈ ਜਾਓ, ਮੱਥੇ ਟੇਕੀ ਜਾਓ, ਸਾਧੂ ਵੀ ਖੁਸ਼ ਹੋ ਕੇ ਕਹਿਣਗੇ ਬੋਲ ਕੀ ਚਾਹੀਦਾ। ਹਾਂ, ਕਹਾਵਤ ਹੈ। ਸੋ ਸਾਧੂਆਂ ਦੇ ਚਰਨਾਂ ਦੀ ਸੇਵਾ ਵੱਡੀ ਸੇਵਾ ਗਿਣੀ ਗਈ ਹੈ। ਇਸ ਲਈ ਲੋਕ ਸਾਧੂਆਂ ਦੇ ਗੁਰੂ ਦੇ ਚਰਨਾਂ 'ਤੇ ਹੀ ਮੱਥਾ ਟੇਕਦੇ ਹਨ। ਹੁਣ ਚਰਨਾਂ 'ਤੇ ਮੱਥਾ ਟੇਕਦੇ ਹਨ। ਭਗਤ ਜਨਾ ਕੈ ਮਨ ਤਨ ਰੰਗ। ਭਗਤ ਜਨਾਂ ਦੀ ਸੰਗਤ ਕਰਨ ਨਾਲ ਮਨ ਅਤੇ ਤਨ ਨੂੰ ਰੱਬੀ ਪਿਆਰ ਪੈਦਾ ਹੋ ਜਾਂਦਾ। ਰੰਗ ਪਿਆਰ ਨੂੰ ਕਹਿੰਦੇ ਨੇ। ਜੇ ਅਸੀਂ ਭਗਤ ਜਨਾਂ ਦੀ ਸੰਗਤ ਕਰਾਂਗੇ ਨਾ, ਫਿਰ ਉਹਨਾਂ ਦੇ ਮਨ 'ਚ ਜਿਹੜਾ ਹੈ ਭਗਤ ਜਨਾਂ ਕੈ ਮਨ ਤਨ ਰੰਗ। ਭਗਤ ਜਨਾਂ ਦੇ ਮਨ ਅਤੇ ਤਨ ਵਿੱਚ ਰੰਗ ਹੁੰਦਾ, ਰੱਬੀ ਪਿਆਰ ਹੁੰਦਾ ਹੈ। ਬਿਰਲਾ ਕੋ ਪਾਵੈ ਸੰਗ। ਪਰ ਇਹਨਾਂ ਭਗਤਾਂ ਦੀ ਸੰਗਤ ਕੋਈ ਵਿਰਲਾ ਟਾਵਾਂ ਹੀ ਪਾਉਂਦਾ। ਸਤ ਸੰਗਤ 'ਚ ਹਰ ਇੱਕ ਨਹੀਂ ਆਉਂਦਾ। ਤੁਸੀਂ ਕੀ ਭਾਵਨਾ ਲੈ ਕੇ ਗੁਰੂ ਦੇ ਦਰ 'ਤੇ ਜਾ ਰਹੇ ਹੋ? ਕੀ ਸਿਰਫ ਲੰਗਰ ਛਕਣ ਜਾ ਰਹੇ ਹੋ? ਕਈ ਦੇ ਸਿਰਫ ਇੰਨੀ ਭਾਵਨਾ ਹੁੰਦੀ ਵੀ ਲੰਗਰ ਛਕ। ਕਈ ਪੁੱਛਦੇ ਨੇ ਐਤਵਾਰ ਨੂੰ ਕੀ ਬਣਾ ਰਹੇ ਹੋ? ਐਤਵਾਰ ਨੂੰ ਕੀ ਬਣਾ ਰਹੇ ਹੋ? ਸ਼ੁਰੂ ਜਦੋਂ ਅਸੀਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚਾਲੂ ਕੀਤੀ ਇਸ ਕਲੋਨੀ 'ਚ, ਉਦੋਂ ਸਾਰੇ ਜਵਾਨ ਸੀ। ਅਸੀਂ ਖੀਰ ਖਾਣ ਦੇ ਬੜੇ ਸ਼ੌਕੀਨ ਸਨ। ਸਤਸੰਗੀ ਕਹਿੰ ਜੀ ਬਾਬਾ ਕੀ ਬਣਾ ਰਹੇ ਹੋ? ਮੈਂ ਜੀ ਖੀਰ ਬਣਾ। ਆਵਾਂਗੇ ਜੀ, ਸਾਰੇ ਆਵਾਂਗੇ। ਅਸੀਂ ਸੋਚਿਆ ਵੀ ਇਹ ਖੀਰ ਖਾਣ ਦੇ ਸ਼ੌਕੀਨ ਨਹੀਂ। ਅਸੀਂ ਕਿਹਾ ਵੀ ਪਹਿਲਾਂ ਉਹਨੂੰ ਖੀਰ ਨਾਲ ਰਜਾ ਲਓ, ਇੱਕ ਅੱਧੀ ਮਗਰੋਂ ਰੋਟੀ ਦੇ ਦਾਂਗੇ। ਹੁਣ ਤਾਂ ਪਹਿਲਾਂ ਰੋਟੀ ਖਵਾ ਕੇ ਫਿਰ ਸਵੀਟ ਡਿਸ਼ ਦਿੰਦੇ ਨਾ। ਅਸੀਂ ਪਹਿਲਾਂ ਹੀ ਰਜਾ ਲਓ ਬਈ ਰੱਜ ਕੇ ਖੀਰ ਖਾ ਲਓ ਭਾਈ, ਜਿੰਨੀ ਕਿਸੇ ਖਾਣੀ ਹੈ। ਹਾਂ,
ਫਿਰ ਜੇ ਕਿਸੇ ਨੇ ਰੋਟੀ ਮੰਗਣੀ ਉਹਨੂੰ ਦਾਲ ਸਬਜ਼ੀ ਰੋਟੀ ਦੇ ਦੇਣੀ, ਪਹਿਲਾਂ ਖੀਰ ਖਵਾਉਣੀ। ਹੁਣ ਕਿਉਂਕਿ ਸਾਰੇ ਹੀ ਬੁੱਢੇ ਹੋ ਗਏ ਨੇ, ਗੁਰਦੁਆਰੇ ਜਾਣਾ ਜੇ ਦੇਗ ਲੈਣੀ ਹੋਵੇ ਐਂ ਕਿਤੇ 2 ਉਂਗਲਾਂ 'ਚ ਇਕੱਠੀ ਵੀ ਬਸ ਹਾਂ ਰਤੀਕ ਦੇ ਦਿਓ। ਜਿਹੜਾ ਦੇਗ ਹੀ ਰਤੀਕ ਖਾਂਦਾ ਉਹਨੇ ਖੀਰ ਕੀ ਖਾਣੀ। ਇਸ ਲਈ ਹੁਣ ਅਸੀਂ ਪਹਿਲਾਂ ਥੋੜੀ ਬਣਾਉਣੇ ਆ ਕਿ ਕੜਛੀ ਮਸਾਂ ਖਾਣੀ। ਉਹ ਵੀ ਕਈ ਸਿਰਫ ਲੰਗਰ ਛਕਣ ਹੀ ਆਏ ਹੁੰਦੇ ਹਨ, ਉਹਨਾਂ ਨੂੰ ਪਤਾ ਅਰਦਾਸ ਹੋ ਚੁੱਕੀ ਹੈ, ਹੁਣ ਬਸ ਹੁਣ ਲੰਗਰ ਵਰਤਾਉਣਾ, ਉਦੋਂ ਤੜਾ ਅੰਦਰ ਆ ਜਾਂਦੇ। ਉਹ ਸਿੱਧੇ ਹੀ ਹੇਠਾਂ ਲੰਗਰ ਹਾਲ 'ਚ ਚਲੇ ਜਾਂਦੇ ਨੇ ਵੀ ਪਹਿਲੀ ਪੰਕਤੀ ਦੇ ਵਿੱਚ ਹੀ ਬੈਠਾਂਗੇ। ਇਹ ਕਿਸ ਭਾਵਨਾ ਨਾਲ ਅਸੀਂ ਗੁਰਦੁਆਰੇ ਚੱਲੇ ਹਾਂ, ਉਹ ਗੁਰੂ ਮਹਾਰਾਜ 'ਤੇ ਪਤਾ ਹੀ ਹੁੰਦਾ। ਫਿਰ ਇਸ ਤਰ੍ਹਾਂ ਤੁਸੀਂ ਸਾਰੀ ਉਮਰ ਸੰਗਤ ਕਰਦੇ ਰਹੋ, ਕੋਈ ਫਰਕ ਨਹੀਂ ਪੈਣਾ ਤੁਹਾਨੂੰ। ਜਦੋਂ ਤੁਸੀਂ ਲੰਗਰ ਦਾ ਧਿਆਨ ਧਰ ਕੇ ਹੀ ਗੁਰਦੁਆਰੇ ਆਵੋਗੇ, ਫਿਰ ਤੁਹਾਡੇ 'ਤੇ ਭਜਨ ਬੰਦਗੀ ਦਾ ਕੋਈ ਅਸਰ ਨਹੀਂ ਹੋਣਾ। ਕਿਉਂ? ਨਾ ਤੁਸੀਂ ਪਹਿਲਾਂ ਆ ਕੇ ਕੀਰਤਨ ਸੁਣਨਾ, ਨਾ ਤੁਸੀਂ ਪਹਿਲਾਂ ਆ ਕੇ ਕਥਾ ਸੁਣਨੀ ਹੈ, ਅਤੇ ਪਤਾ ਕੀ ਲੱਗੇਗਾ ਵੀ ਕੀ ਕਿਹਾ ਅਤੇ ਕੀ ਨਹੀਂ ਕਿਹਾ। ਸੋ ਤਾਂ ਕਹਿੰਦੇ ਬਿਰਲਾ ਕੋ ਪਾਵੈ ਸੰਗ। ਇਹਨਾਂ ਸਾਧੂਆਂ ਦੀ, ਭਗਤਾਂ ਦੀ, ਗੁਰੂ ਦੀ ਜਿਹੜੀ ਸੰਗਤ ਹੈ, ਇਹ ਤਾਂ ਕੋਈ ਵਿਰਲੇ ਟਾਵਾਂ ਪ੍ਰਾਪਤ ਕਰਦਾ। ਏਕ ਬਸਤ ਦੀਜੈ ਕਰ ਮਾਇਆ, ਗੁਰ ਪ੍ਰਸਾਦ ਨਾਮ ਜਪ ਲਿਆ। ਮਾਇਆ ਹੁੰਦੇ ਕਿਰਪਾ। ਹੇ ਪਰਮਾਤਮਾ, ਤੂੰ ਕਿਰਪਾ ਕਰਕੇ ਮੈਨੂੰ ਇੱਕ ਵਸਤੂ ਦੇ ਦੇ, ਉਹ ਨਾਮ ਹੈ। ਉਹ ਕਿਹੜੀ ਵਸਤੂ ਹੈ? ਨਾਮ। ਵੀ ਮੈਨੂੰ ਨਾਮ ਦੀ ਦਾਤ ਦੇ ਦੇ ਤੂੰ। ਫਿਰ ਕੀ ਹੋਇਆ? ਗੁਰ ਪ੍ਰਸਾਦ ਨਾਮ ਜਪ ਲਿਆ। ਕਹਿੰਦੇ ਪਰਮਾਤਮਾ ਦੇ ਨਾਮ ਦੀ ਦਾਤ ਦਿੱਤੀ, ਫਿਰ ਗੁਰੂ ਦੀ ਕਿਰਪਾ ਨਾਲ ਉਹ ਨਾਮ ਨੂੰ ਜਪਿਆ, ਨਾਮ ਜਪਿਆ। ਗੁਰੂ ਦੀ ਕਿਰਪਾ ਹੁੰਦੀ ਹੈ, ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਪਰਮਾਤਮਾ ਦਾ ਸਿਰਫ ਇੰਨਾ ਕੰਮ ਹੈ ਕਿ ਸਾਡੇ ਪਿਛਲੇ ਜਨਮ ਦੇ ਕਰਮਾਂ ਨੂੰ ਵੇਖ ਕੇ ਕਿ ਹੁਣ ਇਹਦੇ ਸ਼ੁਭ ਕਰਮ ਦੀ ਵਾਰੀ ਆ ਗਈ ਹੈ। ਕਦੇ ਆਪਣੀ ਜਿਹਦੇ ਦੁੱਖ ਹੁੰਦਾ ਹੈ, ਇਹਦੇ ਬਾਅਦ ਪਿੱਛੇ ਜਨਮ 'ਚ ਦੁੱਖ ਜਿਹੜਾ ਸੀ ਨਾ, ਉਹ ਕਰਮ ਉਹਦੀ ਵਾਰੀ ਆ ਗਈ, ਅਸੀਂ ਦੁਖੀ ਹੋ ਗਏ। ਫਿਰ ਜਦੋਂ ਕਰਮ ਭੋਗ ਲੈਂਦੇ ਹਾਂ, ਫਿਰ ਕਿ ਸੁੱਖ ਦੇ ਕਰਮ ਦੀ ਵਾਰੀ ਆ ਗਈ ਹੈ, ਚੰਗੇ ਕਰਮ ਦੀ ਵਾਰੀ, ਅਸੀਂ ਸੁਖੀ ਹੋ ਜਾਂਦੇ ਹਾਂ। ਫਿਰ ਸੁਖੀ ਹੋ ਜਾਂਦੇ। ਪਰਮਾਤਮਾ ਨੇ ਜਦੋਂ ਸਾਡੇ ਚੰਗੇ ਕਰਮ ਦੀ ਵਾਰੀ ਆਉਂਦੀ ਨਾ, ਹੁਣ ਉਹਦਾ ਫਲ ਦੇਣਾ, ਉਹਦਾ ਸਭ ਤੋਂ ਵੱਡਾ ਪਰਮਾਤਮਾ ਫਲ ਇਹ ਦਿੰਦਾ ਕਿ ਉਸ ਮਨੁੱਖ ਨੂੰ ਸਤ ਸੰਗਤ 'ਚ ਭੇਜਦਾ। ਪਰਮਾਤਮਾ ਨੇ ਇੰਨਾ ਕੰਮ ਕੀਤਾ, ਬਾਕੀ ਕੰਮ ਗੁਰੂ ਨੇ ਕਰਨਾ। ਪਰਮਾਤਮਾ ਕਹਿੰਦਾ ਲੈ ਭਾਈ ਮੈਂ ਤੇਰੇ ਕੋਲ ਭੇਜਦਾ। ਜਿਵੇਂ ਤੁਸੀਂ ਆਪਣੇ ਬੱਚੇ ਨੂੰ ਸਕੂਲ ਛੱਡ ਆਇਓ, ਉਹਦੇ ਬਾਅਦ ਜ਼ਿੰਮੇਵਾਰੀ ਕਿਸ ਦੀ ਹੈ? ਟੀਚਰ ਦੀ। ਉਹਦੇ ਬਾਅਦ ਟੀਚਰ ਦੀ ਜ਼ਿੰਮੇਵਾਰੀ ਉਸ ਨੂੰ ਪੜ੍ਹਾਉਣਾ, ਉਹਨੂੰ ਸਿੱਖਿਆ ਦੇਣੀ। ਪਰਮਾਤਮਾ ਨੇ ਸਾਨੂੰ ਅੰਦਰੋਂ ਪ੍ਰੇਰ ਕੇ ਜਾਂ ਕਿਸੇ ਰਾਹੀਂ ਪ੍ਰੇਰਨਾ ਦੇ ਕੇ ਸਾਨੂੰ ਗੁਰੂ ਦੀ ਸੰਗਤ 'ਚ ਭੇਜਦਾ। ਅੱਗੇ ਫਿਰ ਹੁਣ ਗੁਰੂ ਦਾ ਕੰਮ ਹੈ, ਅੱਗੇ ਗੁਰੂ ਮਹਾਰਾਜ ਦਾ ਕੰਮ ਹੈ ਸਾਨੂੰ ਸਿੱਖਿਆ ਦੇਣਾ, ਸਾਡੇ ਤੋਂ ਚੰਗੇ ਕੰਮ ਕਰਨ ਦੀ ਪ੍ਰੇਰਨਾ ਸਾਨੂੰ ਦੇਣਾ, ਸਾਡੇ ਤੋਂ ਨਾਮ ਜਪਵਾਉਣਾ। ਇਹ ਅੱਗੇ ਗੁਰੂ ਦੀ ਡਿਊਟੀ ਹੁੰਦੀ ਹੈ। ਗੁਰੂ ਕਈ ਵਾਰੀ ਥਾਂ 'ਤੇ ਨਹੀਂ ਜਾ ਸਕਦੇ, ਉਹ ਅੱਗੇ ਫਿਰ ਸੰਤ ਤਿਆਰ ਕਰਦੇ ਨੇ। ਤੀਸਰੇ ਪਾਤਸ਼ਾਹ ਨੇ 22 ਸੰਤ ਤਿਆਰ ਕੀਤੇ ਸਨ, ਜਿਹਨੂੰ ਕਹਿੰਦੇ 22 ਮੰਜੀਆਂ। ਹਿੰਦੁਸਤਾਨ ਦੇ ਅੱਡ-ਅੱਡ ਇਲਾਕਿਆਂ 'ਚ 22 ਬੰਦਿਆਂ ਨੂੰ ਭੇਜਿਆ ਕਿ ਜਾਓ ਸਿੱਖ ਧਰਮ ਦਾ ਪ੍ਰਚਾਰ ਕਰੋ। ਉਹ ਉਹਨਾਂ ਨੂੰ ਗੁਟਕੇ ਬਣਾ ਕੇ ਤਿਆਰ ਕਰਕੇ ਦਿੱਤੇ। ਪਹਿਲੇ ਪਾਤਸ਼ਾਹ ਦੀ ਬਾਣੀ ਦੇ ਅਤੇ ਦੂਸਰੇ ਪਾਤਸ਼ਾਹ ਦੀ ਬਾਣੀ ਦੇ ਗੁਟਕੇ ਤਿਆਰ ਕਰਕੇ ਦਿੱਤੇ ਕਿ ਇਹ ਤੋਂ ਤੁਹਾਨੂੰ ਸਿੱਖ ਧਰਮ ਦਾ ਗਿਆਨ ਹੋਵੇਗਾ, ਅਤੇ ਅੱਗੇ ਤੁਸੀਂ ਗੁਟਕੇ ਲਿਖਣੇ ਨੇ। ਕਿਉਂ? ਉਦੋਂ ਛਾਪਾਖਾਨਾ ਨਹੀਂ ਸੀ ਹੁੰਦਾ, ਹੱਥ ਨਹੀਂ ਲਿਖੇ ਜਾਂਦੇ ਸੀ। ਇਸ ਤਰ੍ਹਾਂ ਗੁਟਕੇ ਲਿਖ ਕੇ ਅੱਗੇ ਸੰਗਤ ਨੂੰ ਦੇਣੇ। ਉਹ 22 ਜਿਹੜੇ ਸਨ, ਉਹਨਾਂ ਨੂੰ ਸਾਧ ਕਹਿ ਲਓ, ਉਹਨਾਂ ਨੂੰ ਸੰਤ ਕਹਿ ਲਓ, ਉਹਨਾਂ ਨੂੰ ਬ੍ਰਹਮ ਗਿਆਨੀ ਕਹਿ ਲਓ, ਉਹ ਪ੍ਰਚਾਰਕ ਸਨ ਸਿੱਖ ਧਰਮ। ਇਸ ਲਈ ਕਹਿੰਦੇ ਜਦੋਂ ਪਰਮਾਤਮਾ ਕਿਰਪਾ ਕਰਦਾ ਨਾ, ਉਹ ਏਕ ਬਸ ਪਰਮਾਤਮਾ ਦਾ ਨਾਮ ਦਿੰਦਾ ਹੈ। ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਬੰਦਾ ਉਸ ਨਾਮ ਨੂੰ ਫਿਰ ਜਪਦਾ ਹੈ। ਤਾਂ ਕਿ ਉਪਮਾ ਕਹੀ ਨਾ ਜਾਏ। ਉਪਮਾ ਹੁੰਦੀ ਹੈ ਵਡਿਆਈ, ਪਰ ਤਾਂ ਕਿ ਇਹ ਹਿੰਦੀ ਦਾ ਸ਼ਬਦ ਹੈ, ਇਹਨੂੰ ਤਾਂ ਕਿ ਨਹੀਂ ਪੜ੍ਹਨਾ।
ਸਾਡੇ ਕਈ ਵਾਰ ਪੁਰਾਣੇ ਪਾਠੀ ਵੀ ਕਿਤੇ ਕਿਤੇ ਗਲਤੀ ਭੁੱਲ ਕੇ ਚਲਾਉਂਦੇ ਹੁਣ ਕਿ ਮੂੰਹ ਚੜ੍ਹ ਗਿਆ ਹੁਣ। ਕਈ ਵਾਰੀ ਸ਼ਬਦ ਮੂੰਹ ਚੜ੍ਹ ਜਾਂਦੇ ਨੇ, ਗਿਆਨ ਹੁੰਦਾ ਕਿ ਤਾਂ ਕੀ ਨਹੀਂ ਇਹ ਤਾਂ ਕੀ ਹੈ, ਉਹ ਫਿਰ ਵੀ ਉਹਨਾਂ ਦੇ ਮੂੰਹ ਨਿਕਲ ਜਾਂਦਾ ਹੈ। ਇਹ ਹਿੰਦੀ ਹੈ, ਅੱਖਰ ਪੰਜਾਬੀ ਦੇ ਨੇ, ਅੱਖਰ ਤੇ ਗੁਰਮੁਖੀ ਦੇ ਨੇ। ਇੱਕ ਹੁੰਦੀ ਹੈ ਜ਼ਬਾਨ, ਉਸ ਜ਼ਬਾਨ ਨੂੰ ਕਾਹਦੇ 'ਚ ਲਿਖਿਆ ਜਾਂਦਾ ਹੈ? ਜਿਵੇਂ ਹਿੰਦੀ ਹੈ, ਇਸ ਨੂੰ ਦੇਵਨਾਗਰੀ 'ਚ ਲਿਖਿਆ ਜਾਂਦਾ ਹੈ, ਪੰਜਾਬੀ ਨੂੰ ਗੁਰਮੁਖੀ 'ਚ ਲਿਖਿਆ ਜਾਂਦਾ ਹੈ। ਜਿਨ੍ਹਾਂ ਅੱਖਰਾਂ 'ਚ ਪੰਜਾਬੀ ਲਿਖੀ ਉਹਨੂੰ ਕਹਿੰਦੇ ਗੁਰਮੁਖੀ ਅੱਖਰ। ਹਿੰਦੀ ਦੇ ਜਿਨ੍ਹਾਂ ਅੱਖਰਾਂ 'ਚ ਲਿਖਿਆ ਉਹਨਾਂ ਨੂੰ ਕਹਿੰਦੇ ਦੇਵਨਾਗਰੀ ਅੱਖਰ ਉਹਨਾਂ। ਸੋ ਪਰਮਾਤਮਾ ਦੀ ਜਿਹੜੀ ਉਪਮਾ ਹੈ, ਜਿਹੜੀ ਵਡਿਆਈ ਹੈ, ਉਹ ਸ਼ਬਦਾਂ ਨਾਲ ਵਰਣਨ ਨਹੀਂ ਕੀਤੀ ਜਾ ਸਕਦੀ। ਕਿਉਂ? ਉਹ ਆਪ ਬੇਅੰਤ ਹੈ, ਉਹਦੀ ਵਡਿਆਈ ਵੀ ਬੇਅੰਤ ਹੈ। ਇਸ ਲਈ ਉਹਦੀ ਸਾਰੀ ਵਡਿਆਈ ਨੂੰ ਕੋਈ ਵਰਣਨ ਹੀ ਨਹੀਂ ਕਰ ਸਕਦਾ। ਨਾਨਕ ਰਿਹਾ ਸਰਬ ਸਮਾਏ। ਪਰਮਾਤਮਾ ਤਾਂ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਉਸ ਪਰਮਾਤਮਾ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਅੱਗੇ ਕਹਿੰਦੇ ਪ੍ਰਭ ਬਖਸ਼ੰਦ ਦੀਨ ਦਇਆਲ। ਜੇ ਤਾਂ ਆਂਦਾ ਭੱਬੇ ਨੂੰ ਔਂਕੜ ਪ੍ਰਭ, ਫਿਰ ਆਪਾਂ ਕਹਿੰਦੇ ਪਰਮਾਤਮਾ ਬਖਸ਼ੰਦ ਹੈ, ਦੀਨਾਂ 'ਤੇ ਦਇਆ ਕਰਨ ਵਾਲਾ ਹੈ। ਨਹੀਂ, ਇਹ ਭੱਬੇ ਨੂੰ ਔਂਕੜ ਨਹੀਂ ਹੈ। ਇਹਦਾ ਮਤਲਬ ਹੇ ਪਰਮਾਤਮਾ। ਜਿਵੇਂ ਨਾਨਕ, ਨੰਨੇ ਨੂੰ ਕੰਨਾ ਨੰਨਾ ਕੱਕਾ ਨਾਨਕ, ਹੇ ਨਾਨਕ। ਨੰਨੇ ਨੂੰ ਕੰਨਾ ਨੰਨਾ ਕੱਕਾ ਨਾਨਕ, ਗੁਰੂ ਨਾਨਕ। ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ ਨਾਨਕ, ਨਾਨਕ ਨੇ। ਜਦੋਂ ਨਾਨਕ ਕੱਕੇ ਦੇ ਪੈਰ 'ਚ ਔਂਕੜ ਨਹੀਂ ਨਾ ਲੱਗਾ, ਉਦੋਂ ਮਤਲਬ ਹੈ ਹੇ ਨਾਨਕ। ਇਸੇ ਤਰ੍ਹਾਂ ਪ੍ਰਭ, ਹੇ ਪਰਮਾਤਮਾ। ਪ੍ਰਭ ਬਖਸ਼ੰਦ, ਹੇ ਪਰਮਾਤਮਾ ਤੂੰ ਬਖਸ਼ੰਦ ਹੈ, ਤੂੰ ਬਖਸ਼ਣ ਵਾਲਾ ਹੈ। ਦੀਨ ਦਇਆਲ, ਤੂੰ ਦੀਨਾਂ 'ਤੇ ਦਇਆ ਕਰਨ ਵਾਲਾ। ਦੀਨ ਹੁੰਦੇ ਜੇ ਬੜੇ ਵਿਚਾਰੇ ਨਿਮਾਣੇ ਨਿਤਾਣੇ ਹੋਣ, ਉਹਨਾਂ ਕਹਿੰਦੇ ਦੀਨ। ਤੂੰ ਦੀਨਾਂ 'ਤੇ ਦਇਆ ਕਰਨ ਵਾਲਾ ਹੈ, ਤੂੰ ਬਖਸ਼ੰਦ ਹੈ, ਬਖਸ਼ਣਹਾਰ ਹੈ। ਭਗਤ ਵਛਲ ਸਦਾ ਕਿਰਪਾਲ। ਵਛਲ ਹੁੰਦਾ ਪਿਆਰ ਕਰਨ ਵਾਲਾ, ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਹੁਣ ਮੰਨ ਲਓ ਤੁਸੀਂ ਭਗਤੀ ਕਰਦੇ ਹੋ, ਪਰਮਾਤਮਾ ਤੁਹਾਨੂੰ ਪਿਆਰ ਕਰੇਗਾ। ਜਿਹੜਾ ਵੀ ਪਰਮਾਤਮਾ ਦੀ ਭਗਤੀ ਕਰਦਾ, ਪਰਮਾਤਮਾ ਉਸ ਨੂੰ ਪਿਆਰ ਕਰਦਾ, ਉਹਨੂੰ ਪਿਆਰ ਕਰਦਾ। ਅਤੇ ਜਿਹਨੂੰ ਰੱਬ ਪਿਆਰ ਕਰੇ ਉਹਨੂੰ ਹੋਰ ਕੀ ਚਾਹੀਦਾ? ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਹੈ, ਤੁਹਾਨੂੰ ਪਿਆਰ ਕਰਦੀ। ਹੋਰ ਦੱਸੋ ਕੀ ਚਾਹੀਦਾ? ਅਸੀਂ ਤਾਂ ਕਰੇ ਬੰਦਾ ਸਾਨੂੰ ਕੋਈ ਜਨਾਨੀ ਪਿਆਰ ਕਰੇ, ਬਸ ਫਿਰ ਆਨੰਦ ਹੈ। ਉਹ ਸਾਨੂੰ ਦਿਸਦਾ ਹੁੰਦਾ ਨਾ, ਰੱਬ ਦਿਸਦਾ ਨਹੀਂ ਹੈਗਾ। ਅਤੇ ਗੁਰੂ ਦੀ ਗੱਲ 'ਤੇ ਸਾਨੂੰ ਬਹੁਤ ਘੱਟ ਲੋਕਾਂ ਨੂੰ ਵਿਸ਼ਵਾਸ ਹੈ। ਗੁਰੂ ਮਹਾਰਾਜ ਕਹਿੰਦੇ ਨੇ ਉਹ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਭਾਵ ਜਿਹੜਾ ਵੀ ਭਜਨ ਬੰਦਗੀ ਕਰਦਾ, ਰੱਬ ਉਸ ਨੂੰ ਪਿਆਰ ਕਰਦਾ। ਹੇ ਪਰਮਾਤਮਾ, ਤੂੰ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ। ਸਦਾ ਕਿਰਪਾਲ, ਤੂੰ ਸਦਾ ਹੀ ਕਿਰਪਾਲੂ ਹੈ। ਇਹ ਨਹੀਂ ਕਦੇ ਕਦੇ ਕਹੇ ਚੱਲ ਚੱਲ ਮੇਰੇ ਤੇਰੇ 'ਤੇ ਕਿਰਪਾ ਹੁੰਦੀ, ਨਹੀਂ, ਉਹ 'ਤੇ ਕਿਰਪਾਲੂ। ਅਨਾਥ ਨਾਥ, ਹੇ ਪਰਮਾਤਮਾ ਤੂੰ ਅਨਾਥਾਂ ਦਾ ਨਾਥ ਹੈ। ਅਨਾਥ ਕੌਣ ਹੈ? ਜਿਹਦਾ ਮਾਂ ਪਿਓ ਮਰ ਗਏ ਹੋਣ, ਜਾਂ ਜਿਹਦੀ ਕੋਈ ਸਹਾਇਤਾ ਕਰਨ ਵਾਲਾ ਨਾ ਹੋਵੇ, ਉਹਨੂੰ ਕਹਿੰਦੇ ਅਨਾਥ। ਇਸ ਲਈ ਕਈ ਸ਼ਹਿਰਾਂ 'ਚ ਅਨਾਥਾਲय ਖੁੱਲ੍ਹੇ ਹੋਏ ਨੇ, ਅਨਾਥ ਘਰ ਖੁੱਲ੍ਹੇ ਹੋਏ ਨੇ ਕਿ ਭਾਈ ਜੇ ਕਿਸੇ ਦੀ ਕੋਈ ਬੱਚੇ ਦੀ ਸੇਵਾ ਨਹੀਂ ਕਰਦਾ, ਰਿਸ਼ਤੇਦਾਰ ਮਾਂ ਪਿਓ ਨਹੀਂ ਰਹੇ, ਤੁਸੀਂ ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਰੋਟੀ ਪਾਣੀ ਕੱਪੜੇ ਸਭ ਦੇਵਾਂਗੇ, ਤੁਹਾਨੂੰ ਪੜ੍ਹਾਵਾਂਗੇ ਵੀ, ਅਤੇ ਪੜ੍ਹਾ ਕੇ ਤੁਹਾਨੂੰ ਰੁਜ਼ਗਾਰ ਦੇ ਫਿੱਟ ਕਰਾਂਗੇ। ਸੋ ਪਰਮਾਤਮਾ ਜੀ ਅਨਾਥ ਨਾਥ, ਅਨਾਥਾਂ ਦਾ ਨਾਥ। ਗੋਬਿੰਦ ਹਿੰਦੀ ਦਾ ਸ਼ਬਦ ਹੈ ਗੋਵਿੰਦ, ਸੰਸਕ੍ਰਿਤ ਨਾ ਗੋਵਿੰਦ ਕਹਿੰਦੇ ਨੇ। ਵਿੰਦ ਹੁੰਦਾ ਜਾਣਨ ਵਾਲਾ, ਉਹ ਵਾਵੇ ਤੋਂ ਗੁਰਬਾਣੀ ਬੱਬਾ ਬਣਾਤਾ ਹੈ। ਗੋਬਿੰਦ, ਗੋ ਹੁੰਦੀ ਧਰਤੀ, ਸ੍ਰਿਸ਼ਟੀ, ਸ੍ਰਿਸ਼ਟੀ ਨੂੰ ਜਾਣਨ ਵਾਲਾ,
ਉਹਨੂੰ ਕਹਿੰਦੇ ਨੇ ਗੋਬਿੰਦ। ਦੂਜਾ ਸ਼ਬਦ ਹੈ ਗੋਪਾਲ। ਗੋ ਮੈਨੇ ਸ੍ਰਿਸ਼ਟੀ, ਪਾਲ ਮੈਨੇ ਪਾਲਣ ਵਾਲਾ। ਜਿਹੜਾ ਸ੍ਰਿਸ਼ਟੀ ਨੂੰ ਪਾਲੇ ਉਹਨੂੰ ਕਹਿੰਦੇ ਗੋਪਾਲ। ਜਿਹੜਾ ਸ੍ਰਿਸ਼ਟੀ ਨੂੰ ਜਾਣਦਾ ਹੈ ਉਹਨੂੰ ਕਹਿੰਦੇ ਨੇ ਗੋਬਿੰਦ। ਹੇ ਪਰਮਾਤਮਾ, ਤੂੰ ਅਨਾਥਾਂ ਦਾ ਨਾਥ ਹੈ, ਤੂੰ ਗੋਬਿੰਦ ਹੈ, ਤੂੰ ਸਾਰੀ ਸ੍ਰਿਸ਼ਟੀ ਨੂੰ ਜਾਣਦਾ ਹੈ। ਗੋਪਾਲ ਹੈ, ਤੂੰ ਜੀਵਾਂ ਨੂੰ ਪਾਲਣ ਵਾਲਾ ਹੈ। ਸਰਬ ਘਟਾਂ, ਇਹਨੂੰ ਘਟਾਂ ਪੜ੍ਹਨਾ। ਘਾਟ ਸਰੀਰ ਨੂੰ ਕਹਿੰਦੇ। ਘਾਟ ਹਿੰਦੀ 'ਚ ਘੜੇ ਨੂੰ ਵੀ ਕਹਿੰਦੇ ਨੇ, ਘਾਟ ਹਿਰਦੇ ਨੂੰ ਵੀ ਕਹਿੰਦੇ ਨੇ। ਜੇ ਸਾਡਾ ਹਿਰਦੇ ਨੂੰ ਵੀ ਘਟ ਕਹਿੰਦੇ ਨੇ, ਘੜੇ ਨੂੰ ਵੀ ਘਟ ਕਹਿੰਦੇ ਨੇ, ਸਰੀਰ ਨੂੰ ਵੀ ਘਟ ਕਹਿੰਦੇ। ਇੱਥੇ ਸਰੀਰ ਤੋਂ ਭਾਵ ਹੈ ਸਰਬ ਘਟਾਂ ਕਰਤ ਪ੍ਰਤਪਾਲ, ਤੂੰ ਸਾਰੇ ਸਰੀਰਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਪ੍ਰਤਿਪਾਲ ਇਹ ਹਿੰਦੀ ਦਾ ਸ਼ਬਦ ਹੈ, ਇਹਨੂੰ ਪ੍ਰਿਤਪਾਲ ਨਹੀਂ ਪੜ੍ਹਦੇ ਨੇ। ਸਾਨੂੰ ਨਾ ਗਿਆਨ ਹੋਣ ਕਰਕੇ ਅਸੀਂ ਆਪਣੇ ਬੱਚੇ ਦਾ ਨਾਂ ਰੱਖਦੇ ਪ੍ਰਿਤਪਾਲ। ਨਹੀਂ, ਪ੍ਰਿਤਪਾਲ ਨਹੀਂ ਹੈ, ਪ੍ਰਤਿਪਾਲ ਹੈ। ਪੱਪਾ ਰਾਰੇ ਤਿਦਕ ਤੱਤੇ ਰੁਸਿਆਰੀ, ਪ੍ਰਤਿਪਾਲ। ਪ੍ਰਤੀ ਵੀ ਨਹੀਂ ਬੋਲਣਾ, ਬਿਹਾਰੀ ਨਹੀਂ ਬੋਲਣੀ, ਸਿਆਰੀ ਬੋਲਣੀ। ਪ੍ਰਤਿਪਾਲ, ਪ੍ਰਤੀ ਦਾ ਚੰਗੀ ਤਰ੍ਹਾਂ, ਪ੍ਰਤਿਪਾਲ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨ ਵਾਲਾ, ਹੁਣ ਕਹਿੰਦੇ ਪ੍ਰਤਿਪਾਲ। ਤੂੰ ਸਾਰੇ ਸਰੀਰਾਂ ਦੀ ਭਾਵ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਆਦਿ ਪੁਰਖ, ਤੂੰ ਸਭ ਤੋਂ ਪਹਿਲਾ ਹੈ। ਆਦਿ ਆਰੰਭ ਨੂੰ ਕਹਿੰਦੇ ਨੇ। ਜਦੋਂ ਸ੍ਰਿਸ਼ਟੀ ਦਾ ਆਰੰਭ ਹੋਇਆ ਕਿ ਤੂੰ ਤਾਂ ਉਦੋਂ ਦਾ ਹੈ, ਤੂੰ ਤੇ ਪੁਰਖ ਹੈ, ਤੂੰ ਸਭ ਦੇ ਵਿੱਚ ਬਿਰਾਜਮਾਨ ਹੈ। ਕਾਰਨ ਕਰਤਾਰ, ਤੂੰ ਤੇ ਰਚਨਹਾਰ ਹੈ, ਤੂੰ ਤੇ ਕਰਤਾਰ ਹੈ, ਕਰਤਾ ਪੁਰਖ ਹੈ। ਤੂੰ ਆਦਿ ਪੁਰਖ ਹੈ, ਤੂੰ ਕਾਰਨ ਕਰਤਾਰ ਹੈ, ਸ੍ਰਿਸ਼ਟੀ ਬਣਾਉਣ ਵਾਲਾ ਹੈ। ਭਗਤ ਜਨਾਂ ਕੇ ਪ੍ਰਾਣ ਆਧਾਰ, ਹੇ ਪਰਮਾਤਮਾ ਤੂੰ ਤੇ ਭਗਤ ਜਨਾਂ ਦੇ ਪ੍ਰਾਣਾਂ ਦਾ ਆਧਾਰ ਹੈ, ਜੀਵਨ ਦਾ ਆਧਾਰ ਹੈ। ਤਾਂ ਹੀ ਭਗਤ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਪਰਮਾਤਮਾ ਉਹਨਾਂ ਦੇ ਜੀਵਨ ਦਾ ਆਧਾਰ ਹੈ। ਆਧਾਰ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ। ਸੋ ਭਗਤਾਂ ਦੇ ਜੀਵਨ ਦਾ ਆਧਾਰ ਪਰਮਾਤਮਾ ਹੁੰਦਾ ਹੈ। ਉਹ ਤਾਂ ਸਭ ਦਾ ਹੀ ਹੈ, ਪਰ ਉਹਨਾਂ ਨੂੰ ਪਤਾ ਹੁੰਦਾ ਪਰਮਾਤਮਾ ਆਧਾਰ ਤਾਂ ਸਭ ਦਾ ਹੀ ਹੈ, ਪਰ ਸਾਨੂੰ ਪਤਾ ਨਹੀਂ ਹੈਗਾ। ਸਾਡੇ ਅੰਦਰ ਹਉਮੈ ਹੈ, ਅਸੀਂ ਦੂਜੇ ਨੂੰ ਆਪਣਾ ਆਸਰਾ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ। ਇਸ ਲਈ ਪਰਮਾਤਮਾ ਭਗਤ ਜਨਾਂ ਕੇ ਪ੍ਰਾਣ, ਪ੍ਰਾਣਾਂ ਦਾ ਆਧਾਰ ਹੈ। ਜੋ ਜੋ ਜਪੈ ਸੋ ਹੋਏ ਪੁਨੀਤ। ਪਵਿੱਤਰ ਅਤੇ ਪੁਨੀਤ ਇੱਕੋ ਹੀ ਮੀਨਿੰਗ ਹੈ। ਕਿਤੇ ਸ਼ਬਦ ਪਵਿੱਤਰ ਪਵਿੱਤ ਲਿਖਿਆ ਹੋਇਆ, ਪਵਿੱਤਰ ਦਾ ਛੋਟਾ ਸ਼ਬਦ ਹੈ ਪਵਿੱਤ। ਜਿਵੇਂ ਚਰਿੱਤਰ ਤੋਂ ਛੋਟਾ ਸ਼ਬਦ ਹੈ ਚਰਿੱਤ, ਚਲਿੱਤਰ ਉਸ ਤੋਂ ਛੋਟਾ ਸ਼ਬਦ ਹੈ ਚਲਿੱਤ। ਇਸੇ ਤਰ੍ਹਾਂ ਹੀ ਪੁਨੀਤ ਹੈ, ਪੁਨੀਤ ਦਾ ਮਤਲਬ ਪਵਿੱਤਰ। ਜੋ ਜੋ ਜਪੈ ਸੋ ਹੋਏ ਪੁਨੀਤ। ਜਿਹੜਾ ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ ਉਹੀ ਪਵਿੱਤਰ ਹੋ ਜਾਂਦਾ ਹੈ। ਕਿਉਂ? ਨਾਮ ਨੇ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮਨ ਨੂੰ ਮੈਲ ਲਾ ਦੇਣੀ ਹੈ। ਮਨ ਪਵਿੱਤਰ ਹੋ ਗਿਆ, ਸਰੀਰ ਤੇ ਆਪੇ ਹੀ ਪਵਿੱਤਰ ਹੋ ਜਾਂਦਾ ਹੈ। ਮਨ ਪਵਿੱਤਰ ਕਰਨਾ ਹੀ ਔਖਾ ਹੈ। ਸਰੀਰ ਨੂੰ ਸਾਫ਼ ਕਰਨਾ ਤਾਂ ਸਾਰੇ ਹੀ ਜਾਣਦੇ ਨੇ। ਕਿਸੇ ਨੇ ਪਾਣੀ ਨਾਲ ਲਾ ਲਿਆ, ਕਿਸੇ ਨਾਲ ਸਾਬਣ ਲਾ ਲਿਆ। ਵੈਸੇ ਰੋਜ਼ ਰੋਜ਼ ਸਾਬਣ ਲਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਸਾਬਣ ਉਹਨੂੰ ਰੋਜ਼ ਲਾਉਣਾ ਚਾਹੀਦਾ ਜਿਸ ਨੂੰ ਪਸੀਨਾ ਆਉਂਦਾ ਹੈ ਜਾਂ ਮਿੱਟੀ ਘੱਟਾ ਪੈ ਗਿਆ। ਕਿਉਂਕਿ ਸਾਬਣ 'ਚ ਕੈਮੀਕਲਸ ਹੁੰਦੇ ਨੇ। ਉਹ ਤਾਂ ਉਂਝ ਹੀ ਐਡਵਰਟਾਈਜ਼ਮੈਂਟ ਹੀ ਇੰਨੀ ਦਿੱਤੀ ਹੁੰਦੀ, ਬੱਲੇ ਬੱਲੇ ਬਸ ਤੁਸੀਂ ਲਾਓ ਅਤੇ ਗੋਰੇ ਹੋ ਜਾਓਗੇ, ਤੁਸੀਂ ਇਹਨੂੰ ਲਾਓ ਅਤੇ ਆਹ ਹੋ ਜਾਏਗਾ। ਉਹ ਜਿਹੜੇ ਆਪਾਂ ਜਿਹਦੇ ਫੈਨ ਹੈ ਨਾ, ਉਹਨਾਂ ਨੂੰ ਕਰੋੜਾਂ ਰੁਪਈਏ ਦਿੰਦੇ ਨੇ ਵੀ ਬਸ ਤੁਸੀਂ ਕਹੋ। ਇਹ ਕਰੋੜਾਂ ਲੋਕ ਤੁਹਾਡੇ ਫੈਨ ਨੇ, ਤੁਸੀਂ ਕਹੋਗੇ ਇਹ ਮੰਨ ਲੈਣਗੇ, ਕਿਉਂਕਿ ਫੈਨ 'ਚ ਆਪਣੀ ਅਕਲ ਕੋਈ ਨਹੀਂ ਹੁੰਦੀ। ਆਪਾਂ ਜਿਹਦੇ ਫੈਨ ਉਹਦੀ ਮੰਨ ਲੈਂਦੇ। ਇਹ ਨਹੀਂ ਵੇਖਦੇ ਵੀ ਇਹਦਾ ਲਾਭ ਹੈ ਕਿ ਨਹੀਂ ਹੈਗੇ। ਕਰਚ ਕਰਚ ਕਰਕੇ ਨਾ ਬਿਸਕੁਟ ਖਾਂਦੇ ਨੇ। ਮੈਂ ਇੱਕ ਦਿਨ ਦੇਖਿਆ ਖਾ ਕੇ ਤਾਂ ਵੇਖਿਆ, ਮੈਂ
ਇਹ 'ਚ ਰਸ ਹੀ ਕੋਈ ਨਹੀਂ ਹੈਗਾ, ਘਿਓ ਤਾਂ ਇਹ 'ਚ ਹੈ ਨਹੀਂ, ਉਹੀ ਉਹਨੇ ਕਰਚੀ ਕਰੋ, ਔਰ ਕੀ ਖਾਂਦੇ ਨਾ ਕਰਚ ਆਵਾਜ਼ ਵੀ ਆਉਂਦੀ, ਕੋਈ ਗੱਲਬਾਤ ਉਹਨਾਂ ਬਿਸਕੁਟਾਂ 'ਚ ਨਹੀਂ ਹੁੰਦੀ। ਪਰ ਪੈਸਾ ਇੰਨਾ ਖਰਚਾ ਹੁੰਦਾ ਕਿ ਜਵਾਕ ਕਹਿੰਦੇ ਬਸ ਇਸ ਤੇ ਖਾਣਾ ਹੀ ਆਹੀ ਹੈ। ਚਲੋ ਖੈਰ, ਜੋ ਜੋ ਜਪੈ ਸੋ ਹੋਏ ਪ੍ਰੀਤ, ਜਿਹੜਾ ਵੀ ਪਰਮਾਤਮਾ ਦਾ ਨਾਮ ਜਪੇਗਾ ਉਹ ਪਵਿੱਤਰ ਹੋ ਜਾਵੇਗਾ, ਮਨ ਪਵਿੱਤਰ ਹੋ ਜਾਏਗਾ। ਭਗਤ ਪਾਏ ਲਾਵੈ ਮਨ ਹੀਤ। ਹੁਣ ਕਿਉਂਕਿ ਮਨ ਪਵਿੱਤਰ ਹੋ ਗਿਆ ਹੈ, ਹੁਣ ਮਨ ਦੇ ਵਿੱਚ ਪਿਆਰ ਰੱਖ ਕੇ ਨਾ ਉਹ ਪ੍ਰੇਮਾ ਭਗਤੀ ਕਰਦਾ ਹੈ, ਉਹ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਮਨ ਵਿੱਚ ਪ੍ਰੀਤ ਹੈ ਪਰਮਾਤਮਾ, ਹੀਤ ਹਿਤ ਪਿਆਰ। ਪਰਮਾਤਮਾ ਨਾਲ ਮਨ 'ਚ ਪਿਆਰ ਹੈ, ਇਸ ਲਈ ਪਿਆਰ ਸਹਿਤ ਭਗਤੀ ਕਰਦਾ ਹੈ। ਹਮ ਨਿਰਗੁਣਿਆਰ ਨੀਚ ਅਜਾਨ। ਹੇ ਪਰਮਾਤਮਾ, ਅਸੀਂ ਤੇ ਨਿਰਗੁਣਿਆਰੇ ਹਾਂ, ਸਾਡੇ ਕੋਈ ਗੁਣ ਨਹੀਂ ਹੈ, ਨੀਚ ਹਾਂ, ਘਟੀਆ ਹਾਂ, ਅਜਾਨ ਹਾਂ, ਅਗਿਆਨੀ ਹਾਂ। ਜਾਨ ਹੁੰਦਾ ਜਾਣਕਾਰ, ਜਿਹਨੂੰ ਗਿਆਨ ਹੋਵੇ, ਅਜਾਨ ਅਗਿਆਨੀ, ਅਣਜਾਣ ਤੋਂ ਵੀ ਛੋਟਾ ਬਣਾਇਆ ਅਜਾਨ। ਅਸੀਂ ਨਿਰਗੁਣਿਆਰੇ ਹਾਂ, ਅਸੀਂ ਨੀਚ ਹਾਂ, ਅਸੀਂ ਅਣਜਾਣ ਹਾਂ। ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਹੇ ਪਰਮਾਤਮਾ, ਤੂੰ ਤੇ ਸਾਰਿਆਂ 'ਚ ਵਸਦਾ ਹੈ, ਤੂੰ ਤੇ ਭਗਵਾਨ ਹੈ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਉਹਦੀ ਸ਼ਰਨ 'ਚ ਹੀ ਆਉਣਾ। ਜਦੋਂ ਸ਼ਰਨ 'ਚ ਆ ਜਾਵਾਂਗੇ ਅੰਦਰੋਂ ਹਉਮੈ ਖਤਮ ਹੋ ਜਾਏਗੀ। ਗੁਰੂ ਦੀ ਸ਼ਰਨ 'ਚ ਆ ਜਾਓ, ਪਰਮਾਤਮਾ ਦੀ ਸ਼ਰਨ 'ਚ ਆ ਜਾਓ, ਇੱਕੋ ਹੀ ਗੱਲ ਹੈ। ਕਿਸੇ ਦੇ ਕੋਲ ਆਉਣਾ ਹੋਰ ਗੱਲ ਹੁੰਦੀ ਹੈ, ਕਿਸੇ ਦੀ ਨੌਕਰੀ ਕਰਨਾ ਹੋਰ ਗੱਲ ਹੁੰਦੀ ਹੈ, ਕਿਸੇ ਦੀ ਜਿਹੜੀ ਹੈ ਸੇਵਾ ਕਰਨਾ ਹੋਰ ਗੱਲ ਹੈ, ਅਤੇ ਕਿਸੇ ਦੀ ਸ਼ਰਨ 'ਚ ਹੀ ਆ ਜਾਣਾ, ਕਿਉਂਕਿ ਜਿਹਦੀ ਸ਼ਰਨ 'ਚ ਆ ਕੇ ਉਹਦੇ 'ਤੇ ਸਿਰਫ ਇੱਕੋ ਇੱਕ ਹੀ ਹੁੰਦਾ। ਸੋ ਹੇ ਪਰਮਾਤਮਾ, ਤੂੰ ਤੇ ਭਗਵਾਨ ਹੈ, ਤੂੰ ਤੇ ਪੁਰਖ ਹੈ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਸਤਿਕਾਰਯੋਗ ਸਾਧ ਸਹੀ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।